ਸਫਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਉਡਾਨ ਦੀ ਇੱਕ ਨਵੀਂ ਪੇਸ਼ਕਸ਼ ਲੈ ਕੇ ਤੇ ਮੈਂ ਹਾਂ ਤੁਹਾਡੀ ਹੋਸਟ ਮਿਕਾ ਗਿੱਲ। ਜਿਵੇਂ ਕਿ ਅਸੀਂ ਤੁਹਾਨੂੰ ਵਾਅਦਾ ਕੀਤਾ ਸੀ, ਅਸੀਂ ਇਹ ਆਪਣਾ ਪ੍ਰੋਗਰਾਮ ਵਿਮਨ ਐਮਪਾਵਰਮੈਂਟ ਤੇ ਜ਼ਿਆਦਾ ਇਹਨੂੰ ਫੋਕਸ ਰੱਖਾਂਗੇ ਤੇ ਤੁਹਾਨੂੰ ਉਹਨਾਂ ਸ਼ਖਸੀਅਤਾਂ ਦੇ ਨਾਲ ਮਿਲਾਉਂਦੇ ਰਹਾਂਗੇ ਜਿਨ੍ਹਾਂ ਨੇ ਕਿ ਆਪਣੇ ਜੀਵਨ ਨੂੰ ਬਹੁਤ ਅੱਛੇ ਤਰੀਕੇ ਨਾਲ ਜੀਣ ਦੇ ਨਾਲ ਕਮਿਊਨਿਟੀ ਦੇ ਲਈ ਵੀ ਬਹੁਤ ਹੀ ਚੰਗੇ ਕੰਮ ਕੀਤੇ ਨੇ। ਸੋ ਇਹ ਸ਼ਖਸੀਅਤਾਂ ਸਾਨੂੰ ਬਹੁਤ ਹੀ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਨੇ ਤੇ ਸਾਨੂੰ ਸਿੱਖਣ ਦੀ ਲੋੜ ਹੈ ਇਹਨਾਂ ਤੋਂ ਕਿ ਕਿਵੇਂ ਇੱਕ ਵਧੀਆ ਜ਼ਿੰਦਗੀ ਜੀਉਣ ਦੇ ਨਾਲ ਅਸੀਂ ਇੱਕ ਬਹੁਤ ਹੀ ਅੱਛੇ ਕਮਿਊਨਿਟੀ ਮੈਂਬਰ ਵੀ ਬਣ ਸਕਦੇ ਹਾਂ। ਸੋ ਅੱਜ ਦੇ ਸਾਡੇ ਹੋਸਟ ਜਿਨ੍ਹਾਂ ਦਾ ਨਾਮ ਹੈ ਵਿਨੀ ਪਾਬਲਾ ਤੇ ਉਹ ਇੱਥੇ ਬਰੈਂਪਟਨ ਦੀ ਕਮਿਊਨਿਟੀ ਦੇ ਵਿੱਚ ਕਿਸੇ ਪਹਿਚਾਨ ਦੇ ਮੁਹਤਾਜ ਨਹੀਂ ਹਨ। ਸੋ ਅੱਜ ਅਸੀਂ ਉਹਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਵਿਨੀ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਉਡਾਨ ਦੇ ਵਿੱਚ। ਮੇਰੇ ਵੱਲੋਂ ਸਫਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਮੀਕਾ ਦੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਉਡਾਨ 'ਚ ਆਉਣ ਦਾ ਮੌਕਾ ਦਿੱਤਾ। ਵੈਲਕਮ ਜੀ, ਬਹੁਤ-ਬਹੁਤ। ਜਿਵੇਂ ਕਿ ਮੈਂ ਪਹਿਲਾਂ ਹੀ ਦਰਸ਼ਕਾਂ ਨੂੰ ਦੱਸ ਚੁੱਕੀ ਹਾਂ ਕਿ ਵਿਨੀ ਇਹ ਬਰੈਂਪਟਨ ਕਮਿਊਨਿਟੀ ਦੇ ਵਿੱਚ ਵੱਖ-ਵੱਖ ਆਰਗੇਨਾਈਜੇਸ਼ਨਸ ਦੇ ਨਾਲ ਕੰਮ ਕਰਦੇ ਨੇ। ਆਪ ਵੀ ਬਹੁਤ ਹੀ ਸਕਸੈਸਫੁਲ ਨੇ ਆਪਣੇ ਕੈਰੀਅਰ ਦੇ ਵਿੱਚ ਵੀ, ਪਰ ਹਰ ਇਹਨਾਂ ਦੀ ਜਿਹੜੀ ਉਡਾਨ ਹੈਗੀ ਹੈ ਇਹਦੇ ਤੋਂ ਅਸੀਂ ਬਹੁਤ ਹੀ ਸਿੱਖਿਆ ਲੈ ਸਕਦੇ ਹਾਂ ਤੇ ਮੈਂ ਚਾਹਾਂਗੀ ਕਿ ਇਹਨਾਂ ਦੀ ਉਡਾਨ, ਜਿਵੇਂ ਹਰ ਉਡਾਨ ਇੱਕ ਬਚਪਨ ਤੋਂ ਸ਼ੁਰੂ ਹੁੰਦੀ ਹੈ, ਸੋ ਅਸੀਂ ਜਾਣਨਾ ਚਾਹਾਂਗੇ ਵਿਨੀ ਕਿ ਤੁਹਾਡਾ ਬਚਪਨ ਕਿੱਦਾਂ ਦਾ ਸੀ ਤੇ ਕਿੱਥੇ ਜ਼ਿਆਦਾ ਬਿਤਾਇਆ ਤੁਸੀਂ? ਮੇਰਾ ਬਚਪਨ ਮੇਰੇ ਪੈਰੈਂਟਸ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਤੇ ਮੇਰਾ ਸਾਰਾ ਬਚਪਨ ਜਿਹੜਾ ਆ ਚੰਡੀਗੜ੍ਹ 'ਚ ਬੀਤਿਆ ਤੇ ਮੈਂ ਬਲੈਸਡ ਕਹਿੰਦੀ ਆਪਣੇ ਆਪ ਨੂੰ ਕਿ ਮੇਰੇ ਮਾਪਿਓ ਨੇ ਮੈਨੂੰ ਹਰ ਉਹ ਚੀਜ਼ ਕਰਨ ਦਿੱਤੀ ਜਿਹੜੀ ਕਿ ਕਿਸੇ ਕੁੜੀ ਦੀ ਖੁਆਇਸ਼ ਹੁੰਦੀ ਹੈ। ਉਹਨਾਂ ਨੇ ਕਦੀ ਕਿਸੇ ਗੱਲ ਤੋਂ ਰੋਕਿਆ ਨਹੀਂ ਤੇ ਹਮੇਸ਼ਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਹਾਂਜੀ, ਯੂਜੂਅਲੀ ਜਦੋਂ ਵੀ ਅਸੀਂ ਕਦੀ ਵੀ ਕਿਸੇ ਇੱਕ ਸਫਲ ਜਾਂ ਕਾਮਯਾਬ ਬੱਚੀ ਦੀ ਜਾਂ ਭੈਣ ਦੀ ਜਾਂ ਬੀਬੀ ਦੀ ਗੱਲ ਕਰਦੇ ਹਾਂ ਤੇ ਜ਼ਰੂਰ ਆਪਾਂ ਜਦੋਂ ਉਹਨਾਂ ਦੇ ਬਚਪਨ 'ਚ ਝਾਤ ਮਾਰਦੇ ਹਾਂ ਤੇ ਦੇਖਦੇ ਹਾਂ ਕਿ ਪੇਰੈਂਟਸ ਵੱਲੋਂ ਉਹਨਾਂ ਨੂੰ ਬਹੁਤ ਹੀ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਦੀ, ਜਿੱਥੇ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਉੱਥੇ ਉਹਨਾਂ ਨੂੰ ਹਰ ਤਰੀਕੇ ਦੇ ਨਾਲ ਤਿਆਰ ਵੀ ਕੀਤਾ ਜਾਂਦਾ ਹੈ ਕਿ ਤੁਸੀਂ ਅੱਗੇ ਵਧੋ। ਜੋ ਕਿ ਮੈਨੂੰ ਇਹਨਾਂ ਦੇ ਨਾਲ ਜਦੋਂ ਮੈਂ ਗੱਲਾਂ ਕਰ ਰਹੀ ਸੀ ਬਹੁਤ ਹੀ ਅੱਛਾ ਲੱਗਿਆ। ਇਹਨਾਂ ਦੇ ਫਾਦਰ ਦਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਅੱਗੇ ਵਧਾਉਣ ਦਾ ਬਹੁਤ ਹੀ ਵੱਡਾ ਹੱਥ ਹੈ। ਤੁਸੀਂ ਆਪਣੇ ਫਾਦਰ ਤੋਂ ਬਹੁਤ ਪ੍ਰਭਾਵਿਤ ਹੁੰਦੇ ਹੋ? ਹਾਂਜੀ, ਮੈਂ ਆਪਣੇ ਡੈਡ ਤੋਂ ਬਹੁਤ ਜ਼ਿਆਦਾ। ਹਾਂਜੀ, ਤੇ ਜਦੋਂ ਅਸੀਂ ਗੱਲਾਂ ਕਰ ਰਹੇ ਸੀ ਇਹ ਛੋਟੇ ਹੁੰਦਿਆਂ ਹੀ ਸਕੂਲ ਦੇ ਵਿੱਚ ਇਹਨਾਂ ਨੇ ਇੱਕ ਵਾਰੀ ਇੱਕ ਬਹੁਤ ਹੀ ਦਿਲਚਸਪ ਘਟਨਾ ਸੁਣਾਈ ਜੋ ਕਿ ਮੈਨੂੰ ਬਹੁਤ ਹੀ ਪਿਆਰੀ ਲੱਗੀ। ਮੈਂ ਚਾਹਾਂਗੀ ਕਿ ਤੁਸੀਂ ਆਪ ਸੁਣਾਓ ਕਿ ਉਹ ਕੀ ਸੀਗੀ। ਇਹ ਮੇਰੀ ਬੜੀ ਫਨੀ ਸਟੋਰੀ ਆ। ਮੈਂ ਛੋਟੀ ਸੀ ਜਦ ਮੇਰੇ ਮਮ ਨੇ ਮੈਨੂੰ ਸ਼ਬਦ ਕੀਰਤਨ ਸਿੱਖਣ ਲਾਇਆ ਤੇ ਮੇਰੇ ਨਾਨਾ ਜੀ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਕੰਪੀਟੀਸ਼ਨ ਸੀ, ਮੈਂ ਕੋਈ ਪ੍ਰੈਕਟਿਸ ਨਹੀਂ ਕਰ ਪਾਈ ਤੇ ਜਿੱਦਣ ਕੰਪੀਟੀਸ਼ਨ ਸੀ ਮੈਨੂੰ ਸਾਰਿਆਂ ਨੇ ਕਿਹਾ ਵੀ ਤੂੰ ਬੀਬਾ ਰਹਿਣ ਦੇ, ਤੇਰੀ ਪ੍ਰੈਕਟਿਸ ਨਹੀਂ ਹੋਈ। ਪਰ ਮੈਂ ਕਿਹਾ ਨਹੀਂ, ਮੈਂ ਤਾਂ ਜ਼ਰੂਰ ਜਾਣਾ ਤੇ ਮੈਂ ਸਟੇਜ ਤੇ ਗਈ। ਮੈਂ ਭੁੱਲ ਗਈ ਸ਼ਬਦ ਤੇ ਮੈਨੂੰ ਸਿਰਫ ਟਿਊਨ ਯਾਦ ਸੀ, ਮੈਂ ਵਜਾਈ ਗਈ। ਫਿਰ ਮੈਨੂੰ ਯਾਦ ਆਇਆ ਕਿ ਉਹਦਾ ਫਰਸਟ ਵਰਡ ਪਾ ਸੀਗਾ। ਮੈਂ ਉਹ ਟਿਊਨ ਦੇ ਨਾਲ ਪੱਪਾ ਪੱਪਾ ਬੋਲੀ ਗਈ। ਮੈਨੂੰ ਭਾਈ ਜੀ ਨੇ ਕਿਹਾ ਵੀ ਬੀਬਾ ਤੁਸੀਂ ਰਹਿਣ ਦੋ। ਮੈਂ ਕਿਹਾ ਨਾ, ਮੇਰਾ ਤਾਂ ਟਾਈਮ ਰਹਿੰਦਾ, ਹਾਲੇ ਮੈਂ ਨਹੀਂ ਉੱਠਦੀ ਇੱਥੋਂ ਜਦ ਤੱਕ ਮੇਰਾ ਟਾਈਮ ਨਹੀਂ ਖਤਮ ਹੁੰਦਾ। ਸੀ ਦੇਖੋ, ਇਹਨਾਂ ਨੇ ਕਹਿੰਦੇ ਨੇ ਇੱਕ ਉਡਾਨ ਲਈ ਤੁਹਾਨੂੰ ਅਸਮਾਨ ਦੀ ਲੋੜ ਹੁੰਦੀ ਹੈ। ਇਹਨਾਂ ਨੇ ਆਪਣੇ ਅਸਮਾਨ ਦੇ ਉੱਤੇ ਬਚਪਨ ਤੋਂ ਹੀ ਕਾਬਜ਼ ਹੋਣਾ ਸ਼ੁਰੂ ਕਰਤਾ ਸੀ ਕਿ ਨਹੀਂ, ਭਾਵੇਂ ਮੈਂ ਭੁੱਲ ਗਈ ਹਾਂ, ਭਾਵੇਂ ਮੈਂ ਟਿਊਨ ਹੀ ਵਜਾ ਕੇ ਜਾਵਾਂ, ਇਹ ਮੇਰਾ ਸਮਾਂ ਹੈ, ਮੈਂ ਇੱਥੇ ਪੂਰਾ ਬਿਤਾਵਾਂਗੀ। ਤੇ ਇਹ ਟਿਊਨ ਵਜਾਉਂਦੇ ਰਹੇ। ਦੇਖੋ, ਬਚਪਨ ਦੇ ਵਿੱਚ ਇੱਕ ਦ੍ਰਿੜਤਾ ਇਹਨਾਂ ਦੇ ਵਿੱਚ ਜਿਹੜੀ ਸੀ ਉਹ ਅੱਗੇ ਚੱਲ ਕੇ ਇਹੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਕਾਮਯਾਬ ਬਣਾਉਂਦੀਆਂ ਨੇ। ਤੇ ਫਿਰ ਤੁਸੀਂ ਆਪਣੀ ਸਕੂਲਿੰਗ ਵਗੈਰਾ ਚੰਡੀਗੜ੍ਹ ਤੋਂ ਹੀ ਫਿਨਿਸ਼ ਕੀਤੀ? ਹਾਂਜੀ, ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ 35 ਚੋਂ ਆਪਣੀ ਸਾਰੀ 1st to 10th ਤੱਕ ਦੀ ਜਿਹੜੀ ਸਿੱਖਿਆ ਪ੍ਰਾਪਤ ਕੀਤੀ ਆ। ਹਾਂਜੀ, ਤੇ ਉਸ ਤੋਂ ਬਾਅਦ ਤੁਸੀਂ ਆਪਣੀ ਹਾਇਰ ਐਜੂਕੇਸ਼ਨ ਵਾਸਤੇ +1 +2 ਮੈਂ ਮੋਤੀ ਰਾਮ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਹੈ ਤੇ ਮੇਰੀ ਜਿਹੜੀ ਗ੍ਰੈਜੂਏਸ਼ਨ ਹੈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਐਂਥਰੋਪੋਲੋਜੀ ਡਿਪਾਰਟਮੈਂਟ ਤੋਂ। ਹਾਂਜੀ, ਤੇ ਤੁਸੀਂ ਦੱਸ ਰਹੇ ਸੀ ਕਿ ਜਦੋਂ ਤੁਸੀਂ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ, ਕਹਿੰਦੇ ਨੇ ਇੱਕ ਸਪੋਰਟਸਮੈਨਸ਼ਿਪ ਜਿਹੜੀ ਤੁਹਾਡੇ ਵਿੱਚ ਹੁੰਦੀ ਹੈ ਨਾ, ਉਹ ਤੁਹਾਨੂੰ ਜਿੱਤਣ ਦੀ ਜ਼ਿੰਦਗੀ ਦੇ ਵਿੱਚ ਤੁਹਾਡੇ ਵਿੱਚ ਇੱਕ ਜਿੱਤਣ ਦੀ ਲਾਲਸਾ ਹਰ ਵੇਲੇ ਪੈਦਾ ਕਰ ਦਿੰਦੀ ਹੈ। ਸੋ ਉਹ ਸਪੋਰਟਸਮੈਨਸ਼ਿਪ ਤੁਸੀਂ ਕਿੱਦਾਂ, ਮਤਲਬ
ਤੁਸੀਂ ਦੱਸ ਰਹੇ ਸੀ ਕਿ ਤੁਸੀਂ ਸ਼ੁਰੂ ਦੇ ਵਿੱਚ ਆਪਣਾ ਹਾਕੀ ਟੀਮ ਨੂੰ ਜੁਆਇਨ ਕੀਤਾ ਹੈ ਨਾ? ਹਾਂਜੀ, ਨਹੀਂ ਐਕਚੁਅਲੀ ਮੈਂ ਜਦੋਂ +1 ਚ ਮੋਤੀ ਰਾਮ ਸਕੂਲ ਜੁਆਇਨ ਕੀਤਾ ਤਾਂ ਉੱਥੇ ਜਿਹੜੇ ਸਪੋਰਟਸ ਟੀਚਰ ਸੀ ਉਹ ਕਹਿੰਦੇ ਵੀ ਤੇਰਾ ਫਿਜ਼ੀਕ ਜਿਹੜਾ ਆ ਨਾ ਸਪੋਰਟਸ ਵਾਲਾ ਆ ਤੇ ਤੇਰਾ ਦੌੜਨ ਦਾ ਤਰੀਕਾ ਉਹ ਇੱਕ ਰਨਰ ਵਾਲਾ ਐਥਲੀਟ ਵਾਲਾ ਤੇ ਤੈਨੂੰ ਕਰਨਾ ਚਾਹੀਦਾ। ਤੇ ਉਹਨਾਂ ਨੇ ਮੈਨੂੰ ਇੰਨਾ ਉਹ ਕੀਤਾ ਕਿ ਮੈਂ ਉਦੋਂ ਸਟੇਟ ਲੈਵਲ ਤੇ 1500 ਮੀਟਰ ਜਿਹੜੀ ਹੈ ਜਿੱਤੀ। ਤੇ ਉਸ ਤੋਂ ਬਾਅਦ ਮੇਰਾ ਫਿਰ ਸਪੋਰਟਸ 'ਚ ਥੋੜਾ ਜ਼ਿਆਦਾ ਰੁਝਾਨ ਹੋ ਗਿਆ। ਤੇ ਇਹ ਦੇਖੋ ਵਿੰਨੀ ਹੁਣੀ ਇਹ ਸਾਇੰਸ ਦੇ ਸਟੂਡੈਂਟ ਸੀਗੇ ਤੇ ਇਹਨਾਂ ਨੇ BSc ਵਿਦ ਆਨਰਸ ਇਨ ਐਂਥਰੋਪੋਲੋਜੀ ਚ ਆਪਣੀ ਗ੍ਰੈਜੂਏਟ ਕੀਤਾ, ਪਰ ਨਾਲ ਦੀ ਨਾਲ ਇਹ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੱਸੋ ਕਿ ਤੁਸੀਂ ਕੈਪਟਨ ਵੀ ਰਹੇ ਹੋ ਆਪਣੀ ਟੀਮ ਹਾਂਜੀ, ਮੈਂ ਐਥਲੈਟਿਕ ਟੀਮ ਦੀ ਕੈਪਟਨ ਰਹੀ ਹਾਂ 2 ਸਾਲ। ਹਾਂਜੀ, ਤੇ ਤੁਸੀਂ ਦੱਸੋ ਇਹ ਕਿਵੇਂ ਤੁਹਾਨੂੰ ਬਹੁਤ ਮਿਹਨਤ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇੱਕ ਸਾਇੰਸ ਦੇ ਸਟੂਡੈਂਟ ਨੂੰ ਕਿਵੇਂ ਪੜ੍ਹਨਾ ਪੈਂਦਾ। ਇੱਥੋਂ ਵਾਂਗਰ ਤਾਂ ਹੈ ਨਹੀਂ ਕਿ ਸਮੈਸਟਰ ਸਿਸਟਮ ਹੈ, ਉੱਥੇ ਤੁਹਾਨੂੰ ਸਾਰਾ ਸਾਲ ਵੀ ਪੜ੍ਹਾਈ ਕਰਦੇ ਰਹਿਣਾ ਤੇ ਐਂਡ ਤੇ ਫਿਰ ਸਾਰਾ ਕੁਝ ਪੜ੍ਹਨਾ ਪੈਂਦਾ। ਸੋ ਤੁਸੀਂ ਕਿੱਦਾਂ ਬੈਲੈਂਸ ਕਰਦੇ ਹੁੰਦੇ ਸੀਗੇ? ਏਦਾਂ ਹੈ ਕਿ ਮੈਂ ਉਸ ਕਰਕੇ ਰਹਿੰਦੀ ਭਾਵੇਂ ਮੈਂ ਚੰਡੀਗੜ੍ਹ ਸੀ ਪਰ ਮੈਂ ਹੌਸਟਲ ਲਿਆ ਤੇ ਸਵੇਰੇ 6 ਵਜੇ ਤੋਂ 8 ਵਜੇ ਤੱਕ ਗਰਾਊਂਡ 'ਚ ਜਾਂਦੇ ਸੀ ਤੇ 8 ਵਜੇ ਤੋਂ ਬਾਅਦ ਕਲਾਸ 'ਚ ਤੇ 8 ਤੋਂ 5 ਕਲਾਸਾਂ ਹੁੰਦੀਆਂ ਸੀ ਤੇ 6 ਵਜੇ ਤੋਂ ਫਿਰ ਗਰਾਊਂਡ। ਸੋ ਕੋਸ਼ਿਸ਼ ਕੀਤੀ ਵੀ ਜਿਹੜੇ ਘਰਦਿਆਂ ਨੇ ਇੰਨੀ ਸਪੋਰਟ ਕਰਕੇ ਇੱਥੇ ਤੱਕ ਜਾਣ ਦਿੱਤਾ ਉਹਨਾਂ ਨੂੰ ਥੱਲੇ ਨਹੀਂ ਆਣਾ ਪਵੇ ਤੇ ਉਹਨਾਂ ਦਾ ਨਾਮ ਉੱਚਾ ਕਰਾਂ। ਮੈਂ ਆਪਣੇ ਡੈਡ ਨੂੰ ਹਮੇਸ਼ਾ ਕਹਿੰਦੀ ਸੀ ਕਿ ਡੈਡ ਕਦੀ ਦਿਨ ਆਊਗਾ ਤੁਹਾਨੂੰ ਲੋਕੀ ਇਹ ਨਹੀਂ ਕਹਿਣਗੇ ਕਿ ਉਹਦੀ ਧੀ ਆ, ਤੁਹਾਨੂੰ ਕਿਆ ਕਰਨਗੇ ਤੂੰ ਉਹਦਾ ਪਿਓ ਆ। ਵਾਹ, ਸੀ ਇਹ ਇਹਨਾਂ ਦੇ ਸ਼ੁਰੂ ਚੋਂ ਹੀ ਸੀਗਾ ਕਿ ਆਪਣੀ ਇੱਕ ਪਹਿਚਾਨ ਬਣਾਣੀ ਤੇ ਆਪਣੇ ਪੇਰੈਂਟਸ ਨੂੰ ਵੀ ਉਸ ਪਹਿਚਾਨ ਦੇ ਨਾਲ, ਜਿਵੇਂ ਮਾਂ ਪਿਓ ਨੂੰ ਭਾਵੇਂ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਿੰਨੀਆਂ ਵੀ ਕਾਮਯਾਬੀਆਂ ਦੇਖੀਆਂ ਹੋਣ, ਪਰ ਜਿਹੜੀ ਬੱਚੇ ਦੀ ਕਾਮਯਾਬੀ ਦੀ ਖੁਸ਼ੀ ਹੁੰਦੀ ਹੈ ਉਸ ਤੋਂ ਉੱਤੇ ਕੋਈ ਨਹੀਂ ਹੈਗੀ। ਸੋ ਬਹੁਤ ਹੀ ਫਖਰ ਵਾਲੀ ਗੱਲ ਹੈ ਕਿ ਤੁਹਾਡੇ ਮਨ ਦੇ ਵਿੱਚ ਇਹ ਸੀ ਕਿ ਮੈਂ ਆਪਣੀ ਕਾਮਯਾਬੀ ਦੇ ਨਾਲ ਆਪਣੇ ਪੇਰੈਂਟਸ ਨੂੰ ਖੁਸ਼ ਕਰਨਾ ਹੈ। ਸੋ ਇਹ ਚੀਜ਼ ਤੁਹਾਨੂੰ ਅੱਗੇ ਵਧਣ ਵੱਲ ਪ੍ਰੇਰਦੀ ਰਹੀ ਹੈ ਨਾ? ਤੇ ਫਿਰ ਤੁਸੀਂ ਉਸ ਤੋਂ ਬਾਅਦ ਜਦੋਂ ਆਪਣੀ ਪੜ੍ਹਾਈ ਵਗੈਰਾ ਫਿਨਿਸ਼ ਕਰ ਲਈ ਤੇ ਤੁਸੀਂ ਕੰਮ ਵਗੈਰਾ ਕੀਤਾ? ਜਦੋਂ ਮੈਂ ਪੜ੍ਹਦੀ ਸੀ ਯੂਨੀਵਰਸਿਟੀ 'ਚ ਉਦੋਂ ਹੀ ਮੈਂ ਨਾਲ ਦੀ ਨਾਲ ਆਲ ਇੰਡੀਆ ਰੇਡੀਓ ਤੇ ਪ੍ਰੋਗਰਾਮ ਕਰਦੀ ਸੀ ਤੇ ਨਾਲ ਹੀ ਮੈਂ ਵਿੰਪੀਜ਼ 'ਚ ਜੌਬ ਜੁਆਇਨ ਕਰ ਲਈ। ਤੇ ਪਰ ਪੜ੍ਹਾਈ ਗ੍ਰੈਜੂਏਸ਼ਨ ਖਤਮ ਹੁੰਦੇ ਸਾਰੀ ਜਿੱਦਾਂ ਸਾਰੇ ਪੇਰੈਂਟਸ ਨੂੰ ਹੁੰਦਾ ਵੀ ਸਾਡੀ ਕੁੜੀ ਦਾ ਵਿਆਹ ਜਲਦੀ ਹੋ ਜੇ ਤੇ ਮੇਰਾ ਵਿਆਹ ਹੋ ਗਿਆ। ਹਾਂਜੀ ਹਾਂਜੀ। ਸੋ ਹਾਂਜੀ, ਕਿਉਂਕਿ ਇੱਕ ਪੇਰੈਂਟਸ ਜਿੱਥੇ ਕਿ ਇਹ ਸਮਝਦੇ ਨੇ ਕਿ ਸਾਡੀਆਂ ਲੜਕੀਆਂ ਆਪਣੇ ਪੈਰਾਂ ਤੇ ਖੜੀਆਂ ਹੋਣ ਤੇ ਆਪਣਾ ਕੋਈ ਕੈਰੀਅਰ ਬਣਾਉਣ, ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਬਹੁਤ ਇੱਕ ਉਹਨਾਂ ਦੀ ਇੱਕ ਬਹੁਤ ਚਾਹਤ ਹੁੰਦੀ ਹੈ ਕਿ ਲੜਕੀ ਨੂੰ ਅੱਛਾ ਘਰ ਮਿਲ ਜੇ, ਅੱਛਾ ਵਾਰ ਮਿਲ ਜੇ ਤੇ ਆਪਣਾ ਫੈਮਿਲੀ ਸ਼ੁਰੂ ਕਰਨ। ਸੋ ਤੁਸੀਂ ਜਿਹੜੀ ਆਪਣੀ ਫੈਮਿਲੀ ਦੀ ਸ਼ੁਰੂਆਤ ਹੈ ਵਿਨੀ, ਤੁਸੀਂ ਕਿਵੇਂ ਸ਼ੁਰੂ ਕੀਤੀ ਤੇ ਕਿੱਥੋਂ ਸ਼ੁਰੂ ਕੀਤੀ? ਮੇਰਾ ਵਿਆਹ 97 ਚ ਹੋਇਆ ਸੀ ਤੇ ਵਿਆਹ ਕੇ ਮੈਂ ਦਿੱਲੀ ਗਈ ਸੀ। ਸੋ ਪਹਿਲਾਂ ਦੇਖੋ ਇਹ ਸ਼ੁਰੂ ਤੋਂ ਹੀ ਬੜੇ ਲੱਕੀ ਰਹੇ, ਬਚਪਨ ਚੰਡੀਗੜ੍ਹ ਬੀਤਿਆ, ਵਿਆਹ ਕਰਾ ਕੇ ਦਿੱਲੀ ਚਲੇ ਗਏ ਤੇ ਉਸ ਤੋਂ ਬਾਅਦ ਕੈਨੇਡਾ ਆ ਗਏ। ਸੋ ਤੁਸੀਂ ਹਮੇਸ਼ਾ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਹੀ ਰਹੇ, ਜੋ ਕਿ ਇੱਕ ਬੜੇ ਅੱਛੇ ਕਰਮਾਂ ਦੀ ਗੱਲ ਹੈਗੀ ਹੈ। ਸੋ ਤੁਸੀਂ ਦਿੱਲੀ ਦੇ ਵਿੱਚ ਕਿੱਦਾਂ, ਤੁਹਾਨੂੰ ਕੀ ਫਰਕ ਮਹਿਸੂਸ ਹੋਇਆ ਚੰਡੀਗੜ੍ਹ ਤੇ ਦਿੱਲੀ ਨਾਲੋਂ? ਜਿਹੜਾ ਬੰਦਾ ਚੰਡੀਗੜ੍ਹ ਰਿਹਾ ਹੁੰਦਾ ਨਾ ਉਹਨੂੰ ਕਿਤੇ ਹੋਰ ਰਹਿਣਾ ਥੋੜਾ ਚੰਗਾ ਨਹੀਂ ਲੱਗਦਾ, ਕਿਉਂਕਿ ਇੰਨੀ ਵੈਲ ਆਰਗੇਨਾਈਜ਼ਡ ਸਿਟੀ ਆ। ਜਦੋਂ ਤੁਸੀਂ ਦਿੱਲੀ ਜਾਂਦੇ ਹੋ ਮੇ ਬੀ ਉੱਥੇ ਤੁਹਾਨੂੰ ਚੀਜ਼ਾਂ ਚੰਡੀਗੜ੍ਹ ਨਾਲੋਂ ਵੱਧ ਦਿਖਦੀਆਂ, ਬਟ ਉਹ ਕੰਜਸਸ਼ਨ ਜਿਹੜੀ ਹੁੰਦੀ ਆ ਉਹ ਤੁਹਾਨੂੰ ਅੰਦਰੋਂ ਕਿਤੇ ਚੰਗੀ ਨਹੀਂ ਲੱਗਦੀ। ਹਾਂਜੀ, ਤੇ ਨਾਲੇ ਇਹ ਵੀ ਹੈ ਕਿ ਜਿਵੇਂ ਅਸੀਂ ਪੰਜਾਬ 'ਚ ਪਲੇ ਹਾਂ, ਬੇਸ਼ੱਕ ਕੈਨੇਡਾ ਦੇ ਵਿੱਚ ਆ ਗਏ ਹਾਂ, ਉਹ ਜਿਹੜਾ ਬਚਪਨ ਦੀਆਂ ਯਾਦਾਂ, ਬਚਪਨ ਦਾ ਪਿਆਰ, ਬਚਪਨ ਦਾ ਮੋਹ ਆਪਣੀ ਧਰਤੀ ਦੇ ਨਾਲ ਉਹ ਕਦੀ ਟੁੱਟਦਾ ਨਹੀਂ। ਸੋ ਤੁਹਾਡਾ ਚੰਡੀਗੜ੍ਹ ਨਾਲ ਹੀ ਪੈ ਗਿਆ ਸੀ ਤੇ ਉੱਥੇ ਹੀ ਰਿਹਾ, ਹਨਾ? ਸੋ ਫਿਰ ਤੁਸੀਂ ਦੱਸ ਰਹੇ ਸੀ ਕਿ ਤੁਹਾਡੀ ਇੱਕ ਵਾਰੀ ਬੜੀ ਇਹਨਾਂ ਦੀ ਦਿਲਚਸਪ ਮੈਨੂੰ ਕਹਾਣੀ ਲੱਗੀ ਕਿ ਵਿੰਨੀ ਨੇ ਕਦੀ ਵੀ ਆਪਣੇ ਆਪ ਨੂੰ ਨਾ ਵਿਹਲੇ ਬੈਠਣਾ ਪਸੰਦ ਕਰਦੇ ਸੀ, ਕੁਛ ਨਾ ਕੁਛ ਕਰਦੇ ਰਹਿੰਦੇ ਸੀ ਹਮੇਸ਼ਾ ਹੀ। ਤੇ ਉਹ ਵਾਲੀ ਗੱਲ ਸੁਣਾਓ ਕਿ ਜਿਹੜਾ ਤੁਸੀਂ ਚੇਨਈ ਤੋਂ ਤੁਹਾਨੂੰ ਆ ਕੇ ਕਿਸੇ ਨੇ ਪਿਕ ਕਰ ਲਿਆ ਸੀਗਾ। ਹਾਂਜੀ, ਮੈਂ ਜਦੋਂ ਵਿਆਹ ਤੋਂ ਪਹਿਲਾਂ ਫੋਰਡ 'ਚ ਜੁਆਇਨ ਕੀਤਾ ਥੋੜੇ ਟਾਈਮ ਲਈ
ਤੇ ਉਦੋਂ ਫੋਰਡ ਲਾਂਚ ਹੋਣੀ ਸੀ ਹਾਲੇ, ਫੋਰਡ ਕਾਰ, ਤੇ ਇੰਨਾ ਉਹਨਾਂ ਦੇ ਕੋਲੇ ਹਾਲੇ ਕੁਝ ਕੰਮ ਨਹੀਂ ਸੀ। ਉਹਨਾਂ ਨੇ ਮੈਨੂੰ ਹਾਇਰ ਕੀਤਾ ਦੇਖ ਕੇ ਕਿ ਮੇਰੀ ਪਰਸਨੈਲਿਟੀ ਤੇ ਪਲੱਸ ਉਹਨਾਂ ਨੇ ਜਿੱਥੇ ਮੈਂ ਕੰਮ ਕਰਦੀ ਸੀ ਉੱਥੇ ਕਹਿੰਦੇ ਕਿ ਤੂੰ ਬਹੁਤ ਵਧੀਆ ਤੇ ਸਾਡੇ ਨਾਲ ਜੁਆਇਨ ਕਰ ਲੈ। ਤੇ ਜਦੋਂ ਮੈਂ ਉੱਥੇ ਜੁਆਇਨ ਕਰ ਲਿਆ ਉਹ ਕਹਿੰਦੇ ਵੀ ਹਾਲੇ ਕੁਝ ਕੰਮ ਨਹੀਂ ਹੈਗਾ ਤੇ ਟ੍ਰੇਨਿੰਗ ਚੱਲ ਰਹੀ ਹੈ ਟੈਕਨੀਸ਼ੀਅਨਸ ਦੀ, ਤੇ ਤੂੰ ਇਸ ਟ੍ਰੇਨਿੰਗ 'ਚ ਪਾਰਟ ਕਿਉਂ ਨਹੀਂ ਬਣਦੀ। ਤੇ ਉਹਨਾਂ ਨੇ ਮੈਨੂੰ ਉਹਨਾਂ ਕਲਾਸਿਸ 'ਚ ਬਿਠਾਤਾ। ਬਾਅਦ 'ਚ ਜਦੋਂ ਐਂਡ ਆਫ ਦਾ ਟ੍ਰੇਨਿੰਗ ਉਹਦਾ ਐਗਜ਼ਾਮ ਹੋਇਆ ਤਾਂ ਮੇਰੇ ਮਾਰਕਸ ਬੜੇ ਵਧੀਆ ਆਏ ਐਜ਼ ਕੰਪੇਅਰ ਟੂ ਟੈਕਨੀਸ਼ੀਅਨ। ਤੇ ਜਿਹੜੇ ਚੇਨਈ ਦੇ ਉਹ ਟ੍ਰੇਨਰ ਆਏ ਸੀਗੇ ਉਹਨਾਂ ਨੇ ਪੂਰੇ ਫੋਰਡ 'ਚ ਫਲਾਤਾ ਵੀ ਚੰਡੀਗੜ੍ਹ ਦੀ ਕੁੜੀ ਹੈ, ਉਹ ਮੁੰਡਿਆਂ ਨੂੰ ਵੀ ਬੀਟ ਕਰੂਗੀ ਜੇ ਉਹਨੂੰ ਆਪਾਂ ਫੋਰਡ 'ਚ ਰੱਖਾਂਗੇ। ਵਾਓ, ਸੀ ਕਹਿੰਦੇ ਨੇ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ। ਇਹ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਆਪਣੇ ਆਪ ਨੂੰ ਹਮੇਸ਼ਾ ਅੱਗੇ ਰੱਖਦੇ ਸੀ ਤੇ ਇਹਨਾਂ ਦੀ ਅੱਗੇ ਰਹਿਣ ਦੀ ਇਹ ਚੀਜ਼ ਇਹਨਾਂ ਨੂੰ ਅੱਗੇ ਵਧਾਉਂਦੀ ਗਈ। ਇੱਥੇ ਮੈਂ ਇੱਕ ਜ਼ਰੂਰ ਮੈਸੇਜ ਆਪਣੀਆਂ ਉਹਨਾਂ ਭੈਣਾਂ ਨੂੰ ਜਾਂ ਬੱਚੀਆਂ ਨੂੰ ਖਾਸ ਕਰਕੇ, ਕਿਉਂਕਿ ਜਿਹੜੇ ਤੇ ਮੇਰੀ ਉਮਰ ਦੇ ਭੈਣਾਂ ਦੇਖ ਰਹੀਆਂ ਨੇ, ਉਹਨਾਂ ਨੇ ਆਪਣੀ ਜ਼ਿੰਦਗੀ 'ਚ ਜੋ ਵੀ ਕਰਨਾ ਸੀ ਸੈਟਿਸਫੈਕਸ਼ਨ ਦੇ ਨਾਲ, ਆਈ ਐਮ ਸ਼ੋਰ ਕਿ ਉਹ ਹੁਣ ਰਿਟਾਇਰਮੈਂਟ ਵੱਲ ਨੂੰ ਜ਼ਿਆਦਾ ਵੱਧ ਰਹੇ ਹੋਣਗੇ। ਪਰ ਮੇਰਾ ਇਹ ਮੈਸੇਜ ਸਾਡੀਆਂ ਬੱਚੀਆਂ ਜਾਂ ਜਿਹੜੇ ਲੋਕ ਇੱਥੇ ਆ ਕੇ ਜ਼ਿੰਦਗੀ ਸ਼ੁਰੂ ਕਰ ਰਹੇ ਨੇ ਉਹਨਾਂ ਨੂੰ ਜਾਂਦਾ ਹੈ ਕਿ ਅਸੀਂ ਵਿੰਨੀ ਦੀ ਲਾਈਫ 'ਚੋਂ ਕੀ ਸਿੱਖਣਾ ਹੈ ਕਿ ਹਮੇਸ਼ਾ ਮਤਲਬ ਮਿਹਨਤ ਕਰਦੇ ਰਹੋ, ਆਪਣੇ ਆਪ ਨੂੰ, ਆਪਣੇ ਰਾਈਟਸ ਨੂੰ, ਜਿਹੜੇ ਵੀ ਤੁਹਾਨੂੰ ਕੋਈ ਵੀ ਚੀਜ਼ ਮਿਲਦੀ ਹੈ ਉਹਨੂੰ ਅੱਗੇ ਰਹਿ ਕੇ ਉਹਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕਰੋ। ਤੁਹਾਡੇ 'ਚ ਇਹ ਹੋਣਾ ਚਾਹੀਦਾ ਹੈ ਕਿ ਮੇਰੀ ਆਹ ਚੀਜ਼ ਪਈ ਹੈ, ਮੈਂ ਇਹਨੂੰ ਪਾਣਾ ਚਾਹੁੰਦੀ ਹਾਂ ਰਸਤੇ 'ਚ, ਜੋ ਵੀ ਆਉਂਦਾ ਹੈ ਉਹਨੂੰ ਬੜੀ ਸੁਹਿਰਦਤਾ ਦੇ ਨਾਲ ਉਹਨਾਂ ਚੈਲੰਜਾਂ ਨੂੰ ਪਾਰ ਕਰਕੇ ਤੁਸੀਂ ਉੱਥੇ ਪਹੁੰਚਦੇ ਰਹੋ। ਇਹੀ ਚੀਜ਼ ਮੈਂ ਜਦੋਂ ਵਿੰਨੀ ਨਾਲ ਗੱਲ ਕਰ ਰਹੀ ਸੀ ਮੈਨੂੰ ਬੜਾ ਅੱਛਾ ਲੱਗਦਾ ਰਿਹਾ ਤੇ ਮੈਂ ਸੋਚਿਆ ਕਿ ਮੈਂ ਉਹਨਾਂ ਸੁਣਦੀਆਂ ਬੱਚੀਆਂ ਨੂੰ ਇਹ ਜ਼ਰੂਰ ਸੁਨੇਹਾ ਦੇਵਾਂਗੀ ਕਿ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਸਾਨੂੰ ਡਿਪਰੈਸ਼ਨ ਹੋ ਗਿਆ ਜਾਂ ਕੁਛ, ਅਸੀਂ ਕਿਉਂਕਿ ਅਸੀਂ ਉੱਥੇ ਪਹੁੰਚ ਨਹੀਂ ਪਾ ਰਹੇ ਜਿੱਥੇ ਪਹੁੰਚਣਾ ਚਾਹ ਰਹੇ ਹਾਂ। ਪਰ ਹੌਲੀ ਹੌਲੀ ਜਦੋਂ ਤੁਸੀਂ ਆਪਣੇ ਗੋਲਸ ਨੂੰ ਉਹਨਾਂ ਵੱਲ ਵਧਦੇ ਰਹਿੰਦੇ ਹੋ ਤੁਹਾਨੂੰ ਉਹ ਜ਼ਰੂਰ ਮਿਲਣਗੇ। ਇਹੀ ਮੈਂ ਹਰ ਇੱਕ ਕਾਮਯਾਬ ਔਰਤ ਦੀ ਜ਼ਿੰਦਗੀ ਤੋਂ ਆਪਾਂ ਇਹੀ ਸੇਧ ਲੈ ਸਕਦੇ ਹਾਂ। ਤੇ ਫਿਰ ਤੁਸੀਂ ਜਦੋਂ ਦਿੱਲੀ ਰਹਿੰਦੇ ਹੋਏ ਵੀ ਆਪਣਾ ਕੈਰੀਅਰ ਬੇਟੇ ਤੋਂ ਬਾਅਦ ਤੁਸੀਂ ਉਦਾਂ ਹੀ ਕਰ ਸਕੇ ਸੀ ਕਿ ਨਹੀਂ ਵਾਧਾ ਆਈਆਂ? ਬੇਟਾ ਹੋਣ ਤੋਂ ਸਾਲ 1.5 ਸਾਲ ਤੱਕ ਤਾਂ ਮੈਂ ਕੈਰੀਅਰ ਫੋਰਡ 'ਚ ਕਰਦੀ ਰਹੀ, ਉਹਨਾਂ ਦੇ ਸਰਵਿਸ ਐਡਵਾਈਜ਼ਰ ਸੀ ਮੈਂ। ਤੇ ਫਿਰ ਉਸ ਤੋਂ ਬਾਅਦ ਕਿਉਂਕਿ ਬੱਚਾ ਹੁੰਦਾ ਤੁਸੀਂ ਉਹਨੂੰ ਹੋਰ ਕਈ ਰਿਸਪੌਂਸਿਬਿਲਿਟੀਜ਼ ਆ ਜਾਂਦੀਆਂ, ਫਿਰ ਮੈਂ ਉਹਦੇ ਕਰਕੇ ਜੌਬ ਛੱਡਤੀ, ਉਹਦੇ ਨਾਲ ਟਾਈਮ ਸਪੈਂਡ ਕਰਦੀ ਸੀ। ਪਰ ਜਿੱਦਾਂ ਹੀ ਉਹ ਪਲੇ ਸਕੂਲ ਗਿਆ ਫਿਰ ਮੈਨੂੰ ਲੱਗਿਆ ਵੀ ਇਹਨੇ ਪਲੇ ਸਕੂਲ ਚਲਾ ਗਿਆ ਤਾਂ ਮੈਂ ਕੀ ਕਰੂੰਗੀ। ਸੋ ਮੈਂ ਉਹਦੇ ਪਲੇ ਸਕੂਲ 'ਚ ਐਪਲੀਕੇਸ਼ਨ ਦੇਤੀ ਕਿ ਪਲੀਜ਼ ਮੈਨੂੰ ਵੀ ਟੀਚਰ ਰੱਖ ਲਓ। ਸੋ ਕਿਉਂਕਿ ਵਿਹਲੇ ਨਹੀਂ ਬਹਿਣਾ ਚਾਹੁੰਦੇ ਸੀਗੇ। ਹਾਂਜੀ। ਸੋ ਫਿਰ ਉਹ ਜਿੰਨੀ ਦੇਰ ਪਲੇ ਸਕੂਲ ਰਿਹਾ ਮੈਂ ਉਹਦੇ ਨਾਲ ਉਹਦੇ ਪਲੇ ਸਕੂਲ ਰਹੀ। ਤੇ ਜਿੱਦਾਂ ਹੀ ਉਹਨੇ ਆਪਣੀ ਸਕੂਲਿੰਗ ਰੈਗੂਲਰ ਸਕੂਲ 'ਚ ਸ਼ੁਰੂ ਕੀਤੀ ਤਾਂ ਮੈਂ ਉਹਦੇ ਸਕੂਲ 'ਚ ਗਿੱਧਾ ਭੰਗੜਾ ਸਿਖਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਮੇਰਾ ਟਾਈਮ ਵੀ ਬੀਤ ਜਾਵੇ ਤੇ ਮੈਂ ਆਪਣਾ ਕੁਝ ਪ੍ਰੋਡਕਟਿਵ ਵੀ ਕਰ ਸਕਾਂ। ਹਾਂਜੀ, ਜਦੋਂ ਤੁਸੀਂ ਕਦੀ ਵੀ ਪੜ੍ਹਾਉਂਦੇ ਹੋ ਜਾਂ ਕੋਈ ਚੀਜ਼ ਦੀ ਕੋਚਿੰਗ ਕਰਦੇ ਹੋ ਇਹ ਵੀ ਸਾਨੂੰ ਹਮੇਸ਼ਾ ਅਸੀਂ ਆਪਣੇ ਆਪ ਨੂੰ ਵੀ ਅਪਗ੍ਰੇਡ ਉੱਥੇ ਹੀ ਕਰਦੇ ਰਹਿੰਦੇ ਹਾਂ ਕਿਉਂਕਿ ਅਸੀਂ ਸਿੱਖਿਆ ਦੇ ਨਾਲ ਜੁੜੇ ਰਹਿੰਦੇ ਹਾਂ। ਸੋ ਇਹ ਹਮੇਸ਼ਾ ਸਿੱਖਿਆ ਦੇ ਨਾਲ ਜੁੜੇ ਰਹੇ। ਇਹਨਾਂ ਨੇ ਇਹ ਸੋਚਿਆ ਕਿ ਜੇ ਮੈਂ ਬੱਚਿਆਂ ਨੂੰ ਸਿਖਾਵਾਂਗੀ ਤੇ ਕਿਤੇ ਨਾ ਕਿਤੇ ਮੈਂ ਆਪਣੇ ਆਪ ਨੂੰ ਵੀ ਅਪਗ੍ਰੇਡ ਕਰਦੀ ਰਹਾਂਗੀ। ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਆਪਣੇ ਬੇਟੇ ਦੇ ਨਾਲ ਉਹਦੇ ਸਕੂਲ 'ਚ ਕਰਦੇ ਰਹੇ ਫਿਰ ਤੁਸੀਂ ਕੈਨੇਡਾ ਆਉਣ ਦਾ ਕਦੋਂ ਮਨ ਬਣਾਇਆ? ਕੈਨੇਡਾ ਦਾ ਮੇਰੇ ਡੈਡ ਦਾ ਡ੍ਰੀਮ ਸੀਗਾ ਕਿ ਮੇਰੇ ਬੱਚੇ ਜਿਹੜੇ ਆ ਨਾ ਬਾਹਰ ਜਾਣ, ਉਹ ਉਹਨਾਂ ਨੂੰ ਬਹੁਤ ਇਸ ਗੱਲ ਦਾ ਸੀਗਾ। ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਦੋਨੋਂ ਅਪਲਾਈ ਕਰੋ ਤੇ ਅਸੀਂ ਅਪਲਾਈ ਤਾਂ 2001 ਚ ਕੀਤਾ ਸੀਗਾ ਪਰ ਅਨਫੋਰਚੂਨੇਟਲੀ ਉਦੋਂ ਸਾਨੂੰ ਸਾਲ ਕਾਫੀ ਲੱਗ ਗਏ ਤੇ ਸਾਡਾ 2007 ਚ ਜਿਹੜਾ ਕੈਨੇਡਾ ਆਉਂਦਾ ਬਣਿਆ। ਓਕੇ, ਸੋ ਤੁਸੀਂ ਕੈਨੇਡਾ ਆ ਕੇ ਆਫ ਕੋਰਸ ਬਰੈਂਪਟਨ ਚ ਹੀ ਰਹੇ ਹਨਾ। ਬਰੈਂਪਟਨ ਇੱਕ ਇੰਨਾ ਪਿਆਰਾ ਸ਼ਹਿਰ ਹੈ, ਜਦੋਂ ਵੀ ਇੱਥੇ ਨਾਲ ਹੀ 에ਅਰਪੋਰਟ ਹੈ, ਜਿਹੜਾ ਵੀ ਉਤਰਦਾ ਇੱਥੇ ਸਭ ਕੁਝ ਇੱਕ ਪੰਜਾਬ ਹੀ ਮਿੰਨੀ ਵਸਿਆ ਹੋਇਆ। ਤੁਹਾਨੂੰ ਤੁਸੀਂ ਆ ਕੇ ਮਿਸ ਨਹੀਂ ਕਰਦੇ ਹੈਗੇ। ਸੋ ਤੁਸੀਂ ਵੀ ਬਰੈਂਪਟਨ ਨੂੰ ਅਪਣਾ ਲਿਆ। ਤੇ ਕੋਈ ਮੁਸ਼ਕਲਾਂ ਪੇਸ਼ ਆਈਆਂ ਤੁਹਾਨੂੰ ਸ਼ੁਰੂ ਦੇ ਵਿੱਚ? ਨਹੀਂ, ਮੈਨੂੰ ਲੱਗਦਾ ਨਹੀਂ ਜਿਹੜਾ ਅਸੀਂ ਕਹਿ ਸਕੀਏ ਵੀ ਸਾਨੂੰ ਕੋਈ ਮੁਸ਼ਕਲਾਂ ਆਈਆਂ। ਇਹਨਾਂ ਨੂੰ ਮੁਸ਼ਕਲਾਂ ਤੇ ਜ਼ਰੂਰ ਆਈਆਂ ਹੋਣਗੀਆਂ ਪਰ ਇਹ ਉਹਨਾਂ ਨੂੰ ਮੁਸ਼ਕਲਾਂ ਨਹੀਂ ਸਮਝਦੇ। ਇਹ ਪਾਰਟ ਆਫ ਲਾਈਫ ਹੁੰਦੀਆਂ ਨੇ। ਜਦੋਂ ਵੀ ਆਪਾਂ ਇਹ ਜਿਹੜੀਆਂ ਸਟਰਗਲਸ ਨੇ ਆਪਾਂ ਨੂੰ ਬੈਟਰ ਬਣਾਉਂਦੀਆਂ ਨੇ। ਹਾਂ, ਕਈਆਂ ਦੀਆਂ ਸਟਰਗਲਸ ਬਹੁਤ ਹੀ
ਔਖੀਆਂ ਹੁੰਦੀਆਂ ਨੇ ਇਹਨਾਂ ਨੂੰ ਉਹ ਤੇ ਨਹੀਂ ਆਈਆਂ, ਸ਼ੁਕਰ ਹੈ ਇਹਨਾਂ ਦੇ ਅੱਗੇ ਫਰੈਂਡ ਸੀਗੇ, ਉਹਨਾਂ ਨੇ ਬੜਾ ਸਾਥ ਦਿੱਤਾ ਹਨਾ। ਸੋ ਤੁਸੀਂ ਇੱਥੇ ਆਪਣਾ ਕੈਰੀਅਰ ਐਜ਼ ਅ ਕੈਰੀਅਰ ਕੀ ਚੁਣਿਆ ਤੁਸੀਂ? ਅੱਜ ਮੈਂ ਇੱਕ ਪੈਟਰੋ ਕੈਨੇਡਾ ਤੇ A&W ਰਨ ਕਰ ਰਹੀ ਹਾਂ ਆਪਣੇ ਹਸਬੈਂਡ ਦੇ ਨਾਲ। ਤੇ ਪਹਿਲਾਂ ਇਨੀਸ਼ੀਅਲੀ ਇੱਧਰ ਉੱਧਰ ਡਿਸਪੈਚਰ ਦੀ ਜੌਬ ਕੀਤੀ ਜਿਹੜੀ ਕਿ ਕਿਸੇ ਨੋਨ ਨੇ ਦਿੱਤੀ ਸੀ, ਬਟ ਮੇਰੇ ਹਸਬੈਂਡ ਦੀ ਫਰਸਟ ਜੌਬ ਪੈਟਰੋ ਕੈਨੇਡਾ ਨਾਲ ਸ਼ੁਰੂ ਹੋਈ ਤੇ ਵਿਦਿਨ ਅ ਈਅਰ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਜਿਹੜਾ ਗੈਸ ਸਟੇਸ਼ਨ ਲਈ ਅਪਲਾਈ ਕਰੋ। ਫਿਰ ਮੇਰੇ ਹਸਬੈਂਡ ਨੇ ਮੈਨੂੰ ਕਿਹਾ ਕਿ ਆਪਾਂ ਜਦ ਲੈਣਾ ਹੀ ਹੈ ਸੋ ਲੈਟਸ ਡੂ ਇਟ ਟੁਗੇਦਰ, ਤੇ ਵੀ ਤੂੰ ਵੀ ਪੈਟਰੋ ਜੁਆਇਨ ਕਰ ਲੈ ਤੇ ਆਪਾਂ ਐਟਲੀਸਟ ਐਜ਼ ਅ ਟੀਮ ਕੰਮ ਕਰ ਸਕਾਂਗੇ। ਤੇ ਫਿਰ ਮੈਂ ਪੈਟਰੋ ਜੁਆਇਨ ਕਰ ਲਿਆ ਤੇ ਉਸ ਤੋਂ 1 ਸਾਲ ਦੇ ਬਾਅਦ ਹੀ ਸਾਨੂੰ ਸਾਡੀ ਕਰੰਟ ਲੋਕੇਸ਼ਨ ਮਿਲ ਗਈ। ਹਾਂਜੀ, ਤੁਸੀਂ ਦੇਖੋ ਇਹ 2007 ਦੇ ਵਿੱਚ ਇੱਥੇ ਆਏ ਤੇ 2008 ਦੇ ਵਿੱਚ ਇਹਨਾਂ ਨੇ ਆਪਣੀ ਹਾਰਡ ਵਰਕ, ਆਪਣੀ ਕਮਿਟਮੈਂਟ ਦੇ ਨਾਲ ਆਪਣੇ ਜਿਹੜੇ ਉਹਨਾਂ ਦੇ ਵਿੱਚ ਇੱਕ ਸਕਸੈਸਫੁਲ ਹੋਣ ਦੀ ਇੱਕ ਚਾਹਤ ਸੀਗੀ, ਉਹਦੇ ਨਾਲ ਇਹ ਅੱਜ ਇੱਕ ਪੈਟਰੋ ਕੈਨੇਡਾ ਦੇ ਓਨਰ ਨੇ। ਇਹਨਾਂ ਦੇ ਨਾਲ A&W ਰਨ ਕਰਦੇ ਨੇ। ਮੈਂ ਕਈ ਵਾਰੀ ਇਹਨਾਂ ਦੇ ਇੱਥੇ ਸਟੋਰ ਤੇ ਜਾਂਦੀ ਹਾਂ, ਬੜਾ ਹੀ ਅੱਛਾ ਲੱਗਦਾ ਹੈ ਕਿ ਜਦੋਂ ਆਪਣੀਆਂ ਬੱਚੀਆਂ ਆ ਕੇ ਇੱਥੇ ਸਕਸੈਸਫੁਲ ਹੁੰਦੀਆਂ ਨੇ। ਇੱਕ ਇਹਦੇ ਤੋਂ ਆਪਾਂ ਨੂੰ ਇਹ ਵੀ ਮੈਸੇਜ ਮਿਲਦਾ ਹੈ ਕਿ ਜਦੋਂ ਅੱਜ ਕੱਲ੍ਹ ਇੱਥੇ ਬਹੁਤ ਬੱਚੇ ਆ ਰਹੇ ਨੇ ਤੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਉਹ ਆ ਕੇ ਥੋੜਾ ਜਿਹਾ ਘਬਰਾ ਜਾਂਦੇ ਨੇ ਸਟਰਗਲਸ ਨੂੰ ਦੇਖ ਕੇ, ਪਰ ਮੈਂ ਹਮੇਸ਼ਾ ਹਰ ਇੱਕ ਨੂੰ ਇੱਕ ਗੱਲ ਕਹਿੰਦੀ ਆ ਕਿ ਇਹ ਕੈਨੇਡਾ ਦੀ ਧਰਤੀ ਤੇ ਤੁਸੀਂ ਆ ਗਏ ਨਾ, ਇੱਥੇ ਹਰ ਇੱਕ ਦਾ ਸੁਪਨਾ ਪੂਰਾ ਹੁੰਦਾ ਹੈ। ਮਿਹਨਤ ਬਹੁਤ ਕਰਨੀ ਪੈਂਦੀ ਕਿਉਂਕਿ ਆਪਾਂ ਇੰਡੀਆ ਤੋਂ ਆਉਂਦੇ ਹਾਂ, ਉੱਥੇ ਥੋੜਾ ਜਿਹਾ ਸਿਸਟਮ ਹੋਰ ਤਰ੍ਹਾਂ ਦਾ ਵਰਕ ਕਰਦਾ ਹੈ। ਇੱਥੇ ਸਿਸਟਮ ਬਹੁਤ ਅੱਛਾ ਹੈ, ਤੁਸੀਂ ਮਿਹਨਤ ਕਰਕੇ ਅੱਗੇ ਵਧ ਜਾਓਗੇ, ਤੁਹਾਨੂੰ ਮਿਹਨਤ ਦਾ ਫਲ ਇੱਥੇ ਜ਼ਰੂਰ ਮਿਲਦਾ ਹੈ। ਦੇयर ਆਰ ਨੋ ਸ਼ਾਰਟਕਟਸ। ਕੋਈ ਆਪਣਾ ਤੁਸੀਂ ਕ੍ਰੈਡਿਟ ਨਾ ਖਰਾਬ ਕਰੋ, ਡਰਾਈਵਰਸ ਲਾਇਸੈਂਸ ਨਾ ਖਰਾਬ ਕਰੋ ਤੇ ਮਿਹਨਤ ਕਰਦੇ ਰਹੋ ਤੇ ਦੇਖੋ ਤੁਸੀਂ ਕਾਮਯਾਬੀ ਤੁਹਾਡੇ ਪੈਰ ਆਪ ਆ ਕੇ ਚੁੰਮਦੀ ਹੈ। ਸੋ ਤੁਸੀਂ ਇੱਥੇ ਪੈਟਰੋ ਕੈਨੇਡਾ ਦੇ ਵਿੱਚ ਤੁਸੀਂ ਅਵਾਰਡਸ ਵੀ ਵਿਨ ਕੀਤੇ? ਹਾਂਜੀ, ਸਾਨੂੰ ਕਈ ਸਾਰੇ ਅਵਾਰਡਸ ਮਿਲੇ ਆ। ਉਹਨਾਂ ਚੋਂ ਜਿਹੜੇ 2 ਮੇਨ ਹੈਗੇ ਆ ਉਹ ਹੁੰਦਾ ਕਿ ਪੈਟਰੋ ਕੈਨੇਡਾ ਹਰ ਸਾਲ ਐਸੋਸੀਏਟ ਆਫ ਦਾ ਈਅਰ ਚੁਣਦਾ ਪੂਰੇ ਕੈਨੇਡਾ ਚੋਂ। ਅਸੀਂ ਉਹਦੇ ਚ 2 ਵਾਰੀ ਨੋਮੀਨੇਟ ਹੋਏ ਆ ਤੇ ਲਾਸਟ ਈਅਰ ਅਸੀਂ ਨੋਮੀਨੇਟ ਹੋਏ ਸੀ, ਬਟ ਅਨਫੋਰਚੂਨੇਟਲੀ ਕੋਵਿਡ ਕਰਕੇ ਉਹਨਾਂ ਨੇ ਉਹ ਸਭ ਕੈਂਸਲ ਕਰਤਾ, ਸਿਰਫ ਨੋਮੀਨੇਸ਼ਨ ਤੱਕ ਹੀ ਰੱਖਿਆ, ਉਹਦੇ ਚ ਵਿਨਰਸ ਨਹੀਂ ਚੂਜ਼ ਕੀਤੇ। ਤੇ ਆਮ ਸ਼ੋਰ ਜੇ ਚੂਜ਼ ਹੁੰਦੇ ਤੇ ਵਿਨੀ ਉਹਨਾਂ ਨੇ ਜ਼ਰੂਰ ਵਿਨ ਕਰਨਾ ਸੀਗਾ। ਤੇ ਇੱਕ ਕਲੀਨਿੰਗ ਦੇ ਕੰਪੀਟੀਸ਼ਨ ਕਰਾਉਂਦੇ ਆ, ਉਹ ਐਵਰੀ ਈਅਰ ਸਪ੍ਰਿੰਗ ਕਲੀਨ ਅਪ ਕੰਪੀਟੀਸ਼ਨ ਹੁੰਦਾ ਸੀ, ਉਹਦੇ ਚ 2 ਵਾਰੀ ਵਿਨਰਸ ਤੇ 2 ਵਾਰੀ ਰਨਰ ਅਪ ਰਹੇ ਆ। ਠੀਕ ਹੈ। ਤੇ A&W ਦੇ ਵੀ ਪਿਛਲੀ ਵਾਰੀ ਸਾਨੂੰ 2 ਅਵਾਰਡਸ ਮਿਲੇ ਆ। ਕਲੀਨਿੰਗ ਮੀਨਸ ਆਪਣਾ ਤੁਸੀਂ ਸਟੋਰ ਦੀ ਕਲੀਨਅਪ? ਹਾਂਜੀ, ਉਹ ਪੈਟਰੋ ਕੈਨੇਡਾ ਬੜਾ ਇਹਦੇ ਤੇ ਫੋਕਸ ਕਰਦਾ ਹੈ ਕਿ ਸਪ੍ਰਿੰਗ ਤੋਂ ਬਾਅਦ ਉਹ ਮੇਕ ਸ਼ੋਰ ਕਰਦੇ ਕਿ ਅੰਦਰ ਬਾਹਰ ਸਾਰਾ ਕਲੀਨ ਹੋਵੇ, ਕੁਝ ਗੰਦਾ ਨਾ ਹੋਵੇ। ਉਹ ਚੀਜ਼ਾਂ ਆ ਕੇ ਚੈੱਕ ਕਰਦੇ ਜਿਹੜੀ ਕਿਸੇ ਨੇ ਸੋਚੀ ਨਹੀਂ ਹੁੰਦੀਆਂ। ਸੋ ਇੱਥੇ ਹੁਣ ਅਸੀਂ ਇੱਕ ਬ੍ਰੇਕ ਲੈਂਦੇ ਹਾਂ ਥੋੜੀ ਜੀ, ਤੇ ਬੜਾ ਹੀ ਇੰਟਰਸਟਿੰਗ ਟੌਪਿਕ ਤੇ ਗੱਲ ਚੱਲ ਰਹੀ ਹੈ ਤੇ ਅਸੀਂ ਇਹਨੂੰ ਬ੍ਰੇਕ ਤੋਂ ਬਾਅਦ ਫਿਰ ਜਾਰੀ ਰੱਖਾਂਗੇ। ਨਾ ਜੀ, ਹੁਣ ਘਰ ਦੀ ਕੀਮਤ ਪਤਾ ਕਰਨ ਲਈ ਗੂਗਲ ਤੇ ਟਰਾਈ ਕਰੋ। ਓਏ ਸਾਡੇ ਘਰ ਦੀ ਚੰਗੀ ਕੀਮਤ ਮਿੰਟਾਂ ਸਕਿੰਟਾਂ ਵਿੱਚ ਸਿਰਫ ਵਰਿੰਦਰ ਗਿੱਲ ਤੇ ਅਵਤਾਰ ਰੀਹਲ ਹੀ ਦੱਸ ਸਕਦੇ ਨੇ। ਆਪਣੇ ਘਰ ਦੀ ਕੀਮਤ ਪਤਾ ਕਰਨ ਲਈ ਜਾਂ ਗੁਆਂਢ ਵਿੱਚ ਵਿਕੇ ਘਰ ਦੇ ਵੇਰਵੇ ਲਈ ਵਿਜ਼ਿਟ ਕਰੋ www.searchthehome.com ਤੇ। ਘਰ ਖਰੀਦਣ ਜਾਂ ਵੇਚਣ ਜਾਂ ਫਿਰ ਪ੍ਰਾਪਰਟੀ ਵਿੱਚ ਇਨਵੈਸਟ ਕਰਨ ਲਈ ਸੈਂਚੁਰੀ 21 ਲੈਗੇਸੀ ਬ੍ਰੋਕਰੇਜ ਦੇ ਵਰਿੰਦਰ ਗਿੱਲ ਜਾਂ ਅਵਤਾਰ ਰੀਹਲ ਨਾਲ ਅੱਜ ਹੀ ਸੰਪਰਕ ਕਰੋ 416 561 1277 ਤੇ ਜਾਂ 416 377 06। First time home buyers, no worries for inspection and lawyer fee. believes in legacy of success and fulfillment. ਪੰਜਾਬ ਇੰਡੀਅਨ ਕੁਜ਼ੀਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬ ਇੰਡੀਅਨ ਕੁਜ਼ੀਨ ਇਨ ਮਿਸ਼ੀਗਨ USA, ਤੁਹਾਡਾ ਆਪਣਾ ਪੰਜਾਬੀ ਢਾਬਾ
ਤੁਹਾਡੇ ਕੇਟਰਿੰਗ ਰਿਲੇਟਡ ਸੇਵਾਵਾਂ ਲਈ ਹਮੇਸ਼ਾ ਤਿਆਰ। ਅਸੀਂ ਹਰ ਗੈਦਰਿੰਗ ਲਈ, ਚਾਹੇ ਗ੍ਰੈਜੂਏਸ਼ਨ ਪਾਰਟੀ, ਮੈਰਿਜ ਈਵੈਂਟਸ, ਕਾਰਪੋਰੇਟ ਈਵੈਂਟ ਲਈ A1 ਕੇਟਰਿੰਗ ਸਰਵਿਸ ਪ੍ਰੋਵਾਈਡ ਕਰਦੇ ਹਾਂ। ਪੰਜਾਬ ਕੇਟਰਰਸ ਔਨ ਸਾਈਟ ਕੇਟਰਿੰਗ ਜਿਵੇਂ ਕੋਈ ਲਾਈਵ ਛੋਲੇ ਭਟੂਰੇ, ਪਾਨੀਪੂਰੀ ਸਟੇਸ਼ਨ, ਜਲੇਬੀ ਸਟੇਸ਼ਨ, ਫਰੈਸ਼ ਪਕੌੜੇ ਜਾਂ ਫਿਰ ਔਨ ਸਾਈਟ ਡੋਸਾ ਸਟੇਸ਼ਨ ਲਈ ਕਾਫੀ ਫੇਮਸ ਹੈ। ਮਜ਼ੇਦਾਰ ਤੇ ਲਾਜਵਾਬ ਫੂਡ ਲਈ ਕੰਟੈਕਟ ਕਰੋ ਮੋਹਿਤ ਤਵਨ ਪੰਜਾਬੀ ਇੰਡੀਅਨ ਕੁਜ਼ੀਨ। फ़ोन नंबर है 6303987356। ਧੰਨਵਾਦ। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 5623। ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਉਡਾਨ ਦੇ ਵਿੱਚ। ਜਿਵੇਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ, ਕਿੱਦਾਂ ਵਿੰਨੀ ਹੁਣੀ ਆਪਣਾ ਬੜਾ ਹੀ ਸੋਹਣਾ ਬਚਪਨ, ਜਵਾਨੀ ਤੇ ਆਪਣੀ ਮੈਰਿਜ ਲਾਈਫ ਨੂੰ ਸਪੈਂਡ ਕਰਦੇ ਹੋਏ ਕੈਨੇਡਾ ਆ ਪਹੁੰਚੇ ਤੇ ਇੱਥੇ ਆ ਕੇ ਵੀ ਇਹ ਬਹੁਤ ਕਾਮਯਾਬ ਹੁੰਦੇ ਰਹੇ ਹਰ ਖੇਤਰ ਦੇ ਵਿੱਚ। ਜੋ ਕਿ ਇਹਨਾਂ ਨੇ ਪਹਿਲੀ ਗੱਲ, ਸਭ ਤੋਂ ਆਪਣਾ ਸੁਪਨਾ ਹੁੰਦਾ ਇੱਥੇ ਆ ਕੇ ਸੈਟਲ ਕਿਵੇਂ ਹੋਣਾ ਹੈ। ਸੋ ਇਹ ਬਹੁਤ ਅੱਛੀ ਤਰ੍ਹਾਂ ਸੈਟਲ ਹੋ ਗਏ। ਤੇ ਤੁਸੀਂ ਜਦੋਂ ਆਪਾਂ ਗੱਲ ਕਰ ਰਹੇ ਸੀ ਵਿਨੀ, ਜਦੋਂ ਤੁਸੀਂ ਕੈਨੇਡਾ ਪਹੁੰਚੇ ਸੀਗੇ ਤੇ ਤੁਹਾਨੂੰ ਇੱਕ ਚੀਜ਼ ਦੀ ਬੜੀ ਖੁਸ਼ੀ ਹੋਈ ਸੀ, ਉਹ ਸ਼ੇਅਰ ਕਰੋ ਸਾਡੇ ਸਰੋਤਿਆਂ ਦੇ ਨਾਲ। ਹਾਂਜੀ, ਜਦੋਂ ਕੈਨੇਡਾ ਆ ਕੇ ਅਸੀਂ ਹੈਲਥ ਕਾਰਡ ਫਾਰਮ ਭਰਨ ਗਏ ਤੇ ਮੈਂ ਉਹਦੇ ਤੇ ਦੇਖਿਆ ਕਿ ਅਸੀਂ ਆਪਣੇ ਆਰਗਨਸ ਡੋਨੇਟ ਕਰ ਸਕਦੇ ਹਾਂ, ਆਪਣੀ ਬੋਡੀ ਡੋਨੇਟ ਕਰ ਸਕਦੇ ਹਾਂ। ਮਤਲਬ ਮੈਨੂੰ ਅੱਜ ਤੱਕ ਲਾਈਫ 'ਚ ਇੰਨੀ ਖੁਸ਼ੀ ਨਹੀਂ ਹੋਈ, ਜਦੋਂ ਮੈਂ ਉਹ ਦੇਖਿਆ ਤੇ ਖੁਸ਼ੀ ਹੋਈ। ਤੇ ਇਵਨ ਮੇਰੇ ਹਸਬੈਂਡ ਕਹਿੰਦੇ ਵੀ ਤੈਨੂੰ ਏਦਾਂ ਲੱਗਦਾ ਕੋਈ ਵਿਨਿੰਗ ਲੋਟਰੀ ਮਿਲ ਗਈ ਹੁੰਦੀ। ਮੈਂ ਕਿਹਾ ਮੇਰੀ ਲਾਈਫ ਦਾ ਸਭ ਤੋਂ ਵੱਡਾ ਸੁਪਨਾ ਸਾਕਾਰ ਹੋ ਗਿਆ ਅੱਜ। ਹਾਂਜੀ, ਤੁਸੀਂ ਦੇਖੋ ਪਹਿਲਾਂ ਤੇ ਆਪਾਂ ਸਿਰਫ ਇਹਨਾਂ ਦੇ ਬਾਰੇ ਗੱਲ ਕਰ ਰਹੇ ਸੀਗੇ ਕਿ ਇਹਨਾਂ ਨੇ ਕਿੱਦਾਂ ਆਪਣੇ ਇਹਨਾਂ ਦੇ ਬਾਰੇ ਫੋਕਸ ਸੀਗਾ ਕਿ ਹੂ ਇਜ਼ ਵਿਨੀ, ਹਨਾ। ਪਰ ਹੁਣ ਆਪਾਂ ਜਾਣਨ ਜਦੋਂ ਆਪਾਂ ਅੱਗੇ ਪ੍ਰੋਗਰਾਮ ਵੱਧਦਾ ਰਹੇਗਾ, ਤੁਹਾਨੂੰ ਪਤਾ ਲੱਗੇਗਾ ਕਿ ਵਿਨੀ ਇਜ਼ ਨਾਟ ਅਬਾਊਟ all about herself, she is so much about community work, giving back। ਇਹ ਜਦੋਂ ਵੀ ਮੈਂ ਇਹਨਾਂ ਨੂੰ ਦੇਖਦੀ ਹਾਂ, ਮੈਂ ਜਦੋਂ ਵੀ ਕਿਸੇ ਪ੍ਰੋਗਰਾਮ ਤੇ ਜਾਣਾ, ਇਹਨਾਂ ਨੇ ਉੱਥੇ ਫਰੰਟ ਡੈਸਕ ਤੇ ਕੰਮ ਕਰਦੇ ਹੋਣਾ, ਬੜੀ ਪਿਆਰੀ ਸਮਾਈਲ ਦੇ ਨਾਲ ਇਹਨਾਂ ਨੇ ਹਰ ਇੱਕ ਦਾ ਵੈਲਕਮ ਕਰਨਾ। ਤੇ ਫਿਰ ਜੇ ਤੁਸੀਂ ਇਹਨਾਂ ਨੂੰ ਕੋਈ ਕੁਐਸਚਨ ਪੁੱਛਣੇ, ਬੜੇ ਪਿਆਰ ਨਾਲ ਸਮਝਾਉਂਦੇ ਹੁੰਦੇ ਸੀ, ਕਿਉਂਕਿ ਇਹਨਾਂ ਦੇ ਵਿੱਚ ਉਹ ਚਾਹ ਸੀਗੀ। ਇੱਕ ਤਾਂ ਹੁੰਦਾ ਨਾ ਆਪਾਂ ਕਿ ਕਿਸੇ ਉਹਦੇ ਲਈ ਕੰਮ ਕਰਦੇ ਹਾਂ ਕਿ ਵੀ ਸਾਨੂੰ ਕਿਸੇ ਨੇ ਆਵਾਜ਼ ਮਾਰ ਲਈ ਜਾਂ ਅਸੀਂ ਵੋਲੰਟੀਅਰ ਵਰਕ ਕਰਨਾ ਹੀ ਹੈ, ਪਰ ਇਹ ਸਮਥਿੰਗ ਫਰੋਮ ਹਰ ਹਾਰਟ। ਸੋ ਤੁਸੀਂ ਆਉਂਦਿਆਂ ਸਾਰੀ ਸਭ ਤੋਂ ਪਹਿਲਾ ਕੰਮ ਕੀਤਾ ਕਿ ਜਦੋਂ ਆਪਾਂ ਨੂੰ ਹੈਲਥ ਕਾਰਡ ਭਰਾਉਂਦੇ ਨੇ, ਤੁਸੀਂ ਆਪਣੀ ਸਾਰੀ ਬੋਡੀ ਡੋਨੇਟ ਕਰ ਦਿੱਤੀ, ਜੋ ਕਿ ਬਹੁਤ ਹੀ ਅੱਛੀ ਗੱਲ ਹੈ। ਇਹਨਾਂ ਦੇ ਜਿਹੜੇ ਪ੍ਰੋਗਰਾਮ ਅੱਗੇ ਆਪਾਂ ਜਦੋਂ ਜਾਣਕਾਰੀ ਲਵਾਂਗੇ, ਇਹ ਕਹਿੰਦੇ ਨੇ ਲਾਈਫ ਆਫਟਰ ਡੈਥ। ਥੋੜਾ ਜਿਹਾ ਉਹਦੇ ਬਾਰੇ ਦੱਸੋ। ਹਾਂਜੀ ਹਾਂਜੀ, ਕਿਉਂਕਿ ਆਪਾਂ ਕਿਸੇ ਨੂੰ ਨਹੀਂ ਪਤਾ ਕਿ ਜਾਣਾ ਹੈ, ਕਿੱਦਾਂ ਜਾਣਾ ਹੈ, ਮੁੜ ਕੇ ਕੀ ਬਣਨਾ ਹੈ, ਕੀ ਨਹੀਂ ਹੋਣਾ। ਸੋ ਅਸੀਂ ਇਹੀ ਸੋਚਦੇ ਹਾਂ ਕਿ ਅਸੀਂ ਅੱਜ ਤੋਂ ਬਾਅਦ ਜੋ ਵੀ ਕਰਨਾ ਕਮਿਊਨਿਟੀ ਲਈ ਕਰਨਾ। ਤੇ ਲਾਈਫ ਆਫਟਰ ਡੈਥ ਤੁਸੀਂ ਤਾਂ ਚਲੇ ਗਏ, ਬਟ ਤੁਸੀਂ ਆਪਣੇ ਆਰਗਨਸ ਡੋਨੇਟ ਕਰਤੇ ਤੇ ਕੋਈ ਹੋਰ ਤੁਹਾਡੀਆਂ ਅੱਖਾਂ ਨਾਲ ਦੇਖਦਾ, ਕਿਸੇ ਹੋਰ ਦੇ ਦਿਲ ਵਿੱਚ ਤੁਹਾਡਾ ਦਿਲ ਧੜਕਦਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਮੈਟਰ ਕਰਦੀਆਂ। ਹਾਂਜੀ, ਆਪਾਂ ਸੁਣਦੇ ਹੁੰਦੇ ਸੀ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਮੈਂ ਕਹਿੰਦੀ ਹਾਂ ਖੂਨਦਾਨ ਤਾਂ ਹੈ ਹੀ ਇੱਕ ਮਹਾਨ ਦਾਨ, ਕਿਉਂਕਿ ਇਹ ਸਾਰੀ ਆਪਣੀ ਬੋਡੀ ਨੂੰ ਵਰਕ ਕਰਦਾ ਹੈ। ਪਰ ਜਿਵੇਂ ਬੰਦੇ ਦੇ ਵਿੱਚ ਖੂਨ ਵੀ ਹੈ, ਸਭ ਕੁਝ ਵੀ ਹੈ, ਪਰ ਅੱਖਾਂ ਨਹੀਂ ਹੈਗੀਆਂ, ਉਹਦੇ ਦਿਲ ਨੂੰ ਕੋਈ ਪ੍ਰੋਬਲਮ ਆ ਗਈ ਹੈ, ਤੁਸੀਂ ਤਾਂ ਚਲੇ ਗਏ ਦੁਨੀਆ ਤੋਂ। ਸੋ ਇਟ ਇਜ਼ ਯੋਰ ਲਾਈਫ ਆਫਟਰ ਯੋਰ ਡੈਥ। ਤੁਸੀਂ ਚਲੇ ਗਏ ਇਸ ਜਹਾਨ ਤੋਂ, ਪਰ ਤੁਸੀਂ ਕਿੰਨੇ ਹੀ ਇੱਕ ਬੰਦੇ ਦੀ ਬੋਡੀ ਤੋਂ ਕਿੰਨੇ ਜਣਿਆਂ ਨੂੰ ਫਾਇਦਾ ਹੋ ਸਕਦਾ? 8 ਜਣਿਆਂ ਨੂੰ ਸਿੱਧੇ ਤੌਰ ਤੇ ਬਾਕੀ ਹੋਰਾਂ ਨੂੰ ਅਸਿੱਧੇ ਤੌਰ ਤੇ ਫਾਇਦਾ ਹੁੰਦਾ ਸੀ। ਕਈ ਆਪਾਂ ਜਦੋਂ ਹਸਪੀਟਲਸ ਦੇ ਵਿੱਚ ਜਾਂਦੇ ਹਾਂ, ਕਈ ਲੋਕੀ ਵੇਟਿੰਗ ਲਿਸਟ ਦੇ ਵਿੱਚ ਨੇ ਕਿ ਕੋਈ ਡੋਨੇਟ ਕਰ ਜਾਏ ਏਦਾਂ, ਜਾਂ ਉਹਨਾਂ ਨੂੰ ਮਿਲ ਜਾਣ ਪਾਰਟਸ, ਤੇ ਉਹਨਾਂ ਦੇ ਪੇਰੈਂਟਸ ਬੜੀ ਹੀ
ਉਹ ਇਹ ਤੇ ਨਹੀਂ ਆਸ ਕਰਦੇ ਕਿ ਕੋਈ ਚਲਾ ਜਾਏ ਤੇ ਮਿਲਣ, ਪਰ ਚਲੋ ਜੇ ਕੋਈ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਚਲਾ ਗਿਆ ਹੈ ਤੇ ਆਪਾਂ ਨੇ ਤੇ ਉਸ ਬਾਡੀ ਨੂੰ ਸਿਰਫ ਕ੍ਰੀਮੇਟ ਕਰ ਦੇਣਾ ਜਾਂ ਦਫਨਾ ਦੇਣਾ ਜਾਂ ਵਾਟ ਐਵਰ ਆਰ ਬਿਲੀਵਸ ਆਰ, ਪਰ ਜਾਣ ਤੋਂ ਪਹਿਲਾਂ ਇਹ ਅਸੀਂ 8 ਜਣਿਆਂ ਨੂੰ ਇੱਕ ਜ਼ਿੰਦਗੀ ਦੇ ਕੇ ਜਾ ਸਕਦੇ ਹਾਂ, ਜੋ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਤੁਹਾਡਾ ਮੇਨ ਮਕਸਦ, ਜਿਹੜੇ ਵੀ ਇਹ ਕੰਮ ਕਰਦੇ ਨੇ ਇਹ ਇਹਦੇ ਰਾਉਂਡ ਕਰਦੇ ਨੇ, ਹਨਾ। ਸੋ ਜਦੋਂ ਆਪਾਂ ਗੱਲਾਂ ਕਰ ਰਹੇ ਸੀ ਤੁਸੀਂ ਦੱਸਿਆ ਕਿ ਇੱਕ ਹੋਰ ਫਨੀ ਚੀਜ਼ ਕਿ when you were 16 and you found out ਕਿ ਤੁਸੀਂ ਆਪਣੀਆਂ ਬੋਨਸ ਡੋਨੇਟ ਕਰ ਸਕਦੇ ਹੋ। ਨਹੀਂ ਜੀ, 16 ਤੇ ਮੈਂ ਆਪਣੀਆਂ ਆਈਜ਼ ਡੋਨੇਟ ਕੀਤੀਆਂ ਸੀ ਚੰਡੀਗੜ੍ਹ ਹਸਪੀਟਲ, 16 ਦੇ ਹਸਪੀਟਲ 'ਚ ਜਾ ਕੇ, ਕਿਉਂਕਿ ਆਈ ਬਿਲੀਵ ਇੰਡੀਆ 'ਚ ਹਾਲੇ ਵੀ ਸਿਰਫ ਤੁਸੀਂ ਅੱਖਾਂ ਦਾਨ ਕਰ ਸਕਦੇ ਹੋ ਤੇ ਖੂਨ ਦਾਨ ਕਰ ਸਕਦੇ। ਹਾਂਜੀ, ਤੇ ਉਸ ਤੋਂ ਬਾਅਦ ਮੈਂ, ਕਿਉਂਕਿ ਮੈਨੂੰ ਇੱਧਰ ਬਹੁਤ ਜ਼ਿਆਦਾ ਸ਼ੌਂਕ ਸੀਗਾ, ਤੇ ਮੈਂ ਇੱਕ ਦਿਨ ਆਰਟੀਕਲ ਪੜ੍ਹ ਰਹੀ ਸੀ, ਉਹਦੇ 'ਚ ਲਿਖਿਆ ਸੀ ਕਿ ਨਿਊ ਟੈਕਨੀਕ ਤੁਸੀਂ ਆਪਣੀਆਂ ਬੋਨਸ ਵੀ ਡੋਨੇਟ ਕਰ ਸਕਦੇ ਹੋ। ਤੇ ਮੈਂ ਐਵੇਂ ਹੀ ਆਪਣੀ ਛੋਟੀ ਸਿਸਟਰ ਨੂੰ ਕਾਲ ਕੀਤੀ ਤੇ ਕਿਹਾ ਵੀ ਹੁਣ ਤਾਂ ਨਾ ਹੱਡੀਆਂ ਵੀ ਦਾਨ ਹੁੰਦੀਆਂ ਤੇ ਮੈਂ ਆਪਣੀਆਂ ਹੱਡੀਆਂ ਦਾਨ ਕਰਕੇ ਜਾਊਂਗੀ। ਤੇ ਉਹ ਮੇਰੇ ਤੋਂ ਕਾਫੀ ਛੋਟੀ ਹੈ, ਤਾਂ ਉਹਦਾ ਰਾਈਟ ਵੇ ਮੈਨੂੰ ਕੁਐਸਚਨ ਸੀ, ਦੀਦੀ ਜੇ ਤੁਸੀਂ ਹੱਡੀਆਂ ਦਾਨ ਕਰ ਦੋਗੇ ਤਾਂ ਅਸੀਂ ਸੰਸਕਾਰ ਕਿਹਦਾ ਕਰਾਂਗੇ? ਓ ਮਾਈ ਗॉड, ਹਾਂਜੀ ਹਾਂ, ਇਹ ਜਿੱਥੇ ਕਿ ਇਹ ਫਨੀ ਗੱਲ ਹੈ, ਇੱਥੇ ਆਪਾਂ ਨੂੰ ਇਹ ਸੋਚ ਵੀ ਪਾ ਜਾਂਦੀ ਹੈ। ਜਦੋਂ ਮੈਂ ਵੀ ਤੁਹਾਡੇ ਨਾਲ ਕੱਲ ਗੱਲ ਕਰ ਰਹੀ ਸੀ, ਮੇਰੇ ਮਦਰ ਨੇ ਵੀ ਆਪਣੀ ਸਾਰੀ ਬਾਡੀ ਡੋਨੇਟ ਕੀਤੀ ਹੋਈ ਹੈ, ਤੇ ਮੈਨੂੰ ਮਮਾ ਇੱਥੇ ਕਿਉਂਕਿ ਉਹਨਾਂ ਦੀ ਚੋਇਸ ਹੈਗੀ ਹੈ, ਤੇ ਮੈਂ ਵੀ ਇੱਕ ਵਾਰੀ ਬੜੀ ਭਾਵੁਕ ਹੋ ਕੇ ਮਮਾ ਨੂੰ ਪੁੱਛਿਆ, ਮੈਂ ਕਿਹਾ ਮਮਾ ਆਈ ਥਿੰਕ ਜਦੋਂ ਸੰਸਕਾਰ ਕਰਦੇ ਨੇ ਜਾਂ ਫੁੱਲ ਟਾਰਦੇ ਨੇ ਤਾਂ ਇੱਕ ਕਲੋਜ਼ਰ ਮਿਲਦਾ ਤੁਹਾਨੂੰ, ਹਨਾ, ਪਰ ਉਸ ਕਲੋਜ਼ਰ ਤੋਂ ਜ਼ਿਆਦਾ ਜ਼ਰੂਰੀ ਹੈ ਉਹਨਾਂ ਦੀ ਭਾਵਨਾ। ਉਹ ਕਿਹੜੀ ਭਾਵਨਾ ਦੇ ਨਾਲ ਰੱਖ ਕੇ ਕਿ ਉਹ ਆਈ ਥਿੰਕ ਉਹਨਾਂ ਬੋਡੀਜ਼ ਤੇ ਰਿਸਰਚ ਕਰਦੇ ਨੇ ਬੱਚੇ, ਹਨਾ। ਹਾਂਜੀ, ਉਹਦਾ ਇਹ ਰੀਜ਼ਨ ਹੁੰਦਾ ਕਿ ਜੇ ਕੋਈ ਕਹਿੰਦਾ ਵੀ ਮੈਂ ਆਪਣੀ ਬਾਡੀ ਡੋਨੇਟ ਕਰਨੀ ਆ, ਤੁਸੀਂ ਜਦੋਂ ਤੁਹਾਡੀ ਡੈਥ ਹੋਣੀ ਹੈ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਸ ਕੰਡੀਸ਼ਨ 'ਚ ਹੋਵੋਗੇ। ਹਾਂਜੀ ਹਾਂਜੀ, ਤੁਹਾਡੇ ਆਰਗਨਸ ਯੂਜ਼ ਹੋ ਸਕਦੇ ਆ ਕਿ ਨਹੀਂ, ਤੁਸੀਂ ਨਹੀਂ ਪਤਾ, ਤੁਹਾਨੂੰ ਨਹੀਂ ਪਤਾ, ਤੇ ਇਹ ਤਾਂ ਤੁਸੀਂ ਤਾਂ ਵੇਸਟ ਹੀ ਜਾ ਰਹੇ ਹੋ। ਤੇ ਇਸ ਕਰਕੇ ਜੇ ਤੁਸੀਂ ਆਪਣੀ ਬਾਡੀ ਡੋਨੇਟ ਕਰ ਦਿੰਦੇ ਹੋ ਤਾਂ ਤੁਹਾਡੇ ਤੇ ਰਿਸਰਚ ਹੋ ਸਕਦੀ ਹੈ, ਮੈਡੀਕਲ ਸਟੂਡੈਂਟਸ ਨੂੰ ਜ਼ਰੂਰਤ ਹੁੰਦੀ ਹੈ, ਉਹ ਤੁਹਾਡੇ ਤੇ ਆਪਣਾ ਐਕਸਪੈਰੀਮੈਂਟ ਕਰ ਸਕਦੇ ਆ। ਪੜ੍ਹਾਈ ਕਰਕੇ ਕਈ ਚੀਜ਼ਾਂ ਉਹਨਾਂ ਨੇ ਲਰਨ ਕਰਨੀਆਂ ਹੁੰਦੀਆਂ ਨੇ, ਅੱਛੇ ਡਾਕਟਰ ਬਣਨਗੇ, ਕੱਲ ਨੂੰ ਰਿਸਰਚ ਕਰਨਗੇ, ਉਹ ਸਾਰਾ ਉਹਨਾਂ ਨੂੰ ਇੱਕ ਹਿਊਮਨ ਬਾਡੀ ਚਾਹੀਦੀ ਹੁੰਦੀ ਉਹਦੇ ਨਾਲ। ਹਾਂਜੀ, ਇੱਕ ਇੱਥੇ ਮੈਂ ਹੋਰ ਵੀ, ਪਤਾ ਨਹੀਂ ਤੁਹਾਨੂੰ ਪਤਾ ਹੈ ਕਿ ਨਹੀਂ, ਜਿਹੜੇ ਇੰਡੀਆ ਦੇ ਵਿੱਚ ਸੰਤ ਹੁੰਦੇ ਨੇ, ਡੂ ਯੂ ਨੋ, ਉਹਨਾਂ ਦੀ ਬਾਡੀ ਦਾ ਸੰਸਕਾਰ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਇੱਕ ਬਕਸੇ ਦੇ ਵਿੱਚ ਪਾ ਕੇ ਉਹ ਕਹਿੰਦੇ ਨੇ ਕਿ ਉਹਨਾਂ ਦਾ ਜਲ ਪ੍ਰਵਾਹ ਕਰ ਦਿੱਤਾ ਜਾਂਦਾ, ਉਹਦੇ 'ਚ ਥੋੜੇ ਛੇਦ ਰੱਖ ਦਿੱਤੇ ਜਾਂਦੇ ਨੇ ਤਾਂ ਕਿ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਉਹਨਾਂ ਨੂੰ ਖਾ ਸਕਣ। ਸੋ ਇਹ ਆਪਣੀ ਆਪਾਂ, ਇਹ ਬੜੀ ਹੀ ਮਹਾਨ ਸੋਚ ਹੈ। ਆਪਾਂ ਸੈਲਫਿਸ਼ ਹੋ ਜਾਂਦੇ ਹਾਂ ਜਦੋਂ ਅਸੀਂ ਚਲੇ ਹੀ ਗਏ ਇਸ ਦੁਨੀਆ ਤੋਂ। ਸਗੋਂ ਤੁਹਾਡਾ ਇੱਕ, ਆਪਾਂ ਕਹਿੰਦੇ ਆ ਬੱਚੇ ਤੁਹਾਡਾ ਨਾਂ ਪੈਦਾ ਕਰਦੇ ਨੇ, ਤੁਹਾਡਾ ਦਿਲ ਕਿਸੇ ਦੇ ਵਿੱਚ ਫਿਰ ਵੀ ਧੜਕ ਰਿਹਾ, ਤੁਹਾਡੀਆਂ ਅੱਖਾਂ ਨਾਲ ਕੋਈ ਦੇਖ ਰਿਹਾ, ਤੁਹਾਡੇ ਲੀਵਰ ਦੇ ਨਾਲ ਉਹਦਾ ਕੰਮ ਚੱਲ ਰਿਹਾ, ਕਿਡਨੀਜ਼ ਨੇ ਤਾਂ ਉਹਨੂੰ ਕਿੰਨਾ ਅੱਛਾ ਹੈ। ਸੋ ਇਹ ਇੱਕ ਬੜੀ ਹੀ ਸੋਚ ਵਾਲੀ ਗੱਲ ਹੈ। ਜੇ ਇਹਦੇ ਬਾਰੇ ਤੁਸੀਂ, ਮੈਂ ਚਾਹਾਂਗੀ ਜ਼ਰੂਰ ਹੋਰ ਜਾਣਕਾਰੀ ਲਈ ਸਾਨੂੰ ਵੀ ਫੋਨ ਕਰ ਸਕਦੇ ਹੋ, ਜਾਂ ਤੁਸੀਂ ਜ਼ਰੂਰ ਗੂਗਲ ਤੇ ਅੱਜ ਕੱਲ੍ਹ ਸਭ ਕੁਝ ਅਵੇਲੇਬਲ ਹੈਗਾ, ਜ਼ਰੂਰ ਇਸ ਚੀਜ਼ ਵਾਲੇ ਪਾਸੇ ਨੂੰ, ਕਿਉਂਕਿ ਜਦੋਂ ਆਪਾਂ ਪਹਿਲਾਂ ਵੀ ਇੱਕ ਵਾਰੀ ਗੈਸਟ ਦੇ ਨਾਲ ਗੱਲ ਕਰ ਰਹੇ ਸੀ, ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਖੂਨਦਾਨ ਬਹੁਤ ਹੁੰਦਾ ਹੈ। ਮੈਂ ਕਹਿੰਦੀ ਹਾਂ ਖੂਨਦਾਨ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਲੈਵਲ ਤੇ ਹਾਈ ਤੇ ਕੀਤਾ ਜਾਂਦਾ ਹੈ, ਪਰ ਇਹ ਬਾਕੀ ਜਿਹੜੇ ਬਾਡੀ ਆਰਗਨਸ ਜਾਂ ਬਾਡੀ ਡੋਨੇਸ਼ਨ ਜਾਂ ਇਹ ਸਾਰੀਆਂ ਚੀਜ਼ਾਂ ਦਾ ਹਾਲੇ ਘੱਟ ਹੈਗਾ ਨਾ। ਸੋ ਦਿਸ ਇਜ਼ ਸਮਥਿੰਗ ਦੈਟ ਆਈ ਲਰਨ ਫਰੋਮ ਯੂ, ਹਨਾ। ਤੇ ਇਹਦੇ ਨਾਲ ਤੁਸੀਂ ਜਿੱਥੇ ਇਹ ਕਮਿਊਨਿਟੀ ਦੇ ਵਿੱਚ ਤੁਸੀਂ ਕੰਮ ਕਰਦੇ ਰਹੇ, ਤੁਸੀਂ ਇੱਕ, ਮੈਂ ਤੁਹਾਨੂੰ ਵੇਖਦੀ ਕਈ ਲਿਖਾਰੀ ਸਭਾ ਹੈਗੀ ਹੈ, ਉਹਦੇ ਨਾਲ ਵੀ ਇਹ ਬਹੁਤ ਵਿਚਰਦੇ ਨੇ, ਉਹਦੇ ਬਾਰੇ ਦੱਸੋ। ਹਾਂਜੀ, ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਸਕੂਲ 'ਚ ਲਿਖਣ ਦਾ ਬਹੁਤ ਸ਼ੌਂਕ ਸੀ, ਤੇ ਮੈਂ ਸਕੂਲ 'ਚ ਐਸੇ ਵਗੈਰਾ ਲਿਖਦੀ ਰਹਿੰਦੀ ਸੀ, ਕੰਪੀਟੀਸ਼ਨਸ 'ਚ ਪਾਰਟਿਸਿਪੇਟ ਕਰਦੀ ਸੀ। ਤੇ ਜਦੋਂ ਇੱਥੇ ਆਈ ਤੇ ਮੈਨੂੰ ਇੱਕ ਸਨੀ ਸ਼ਿਵਰਾਜ ਦੀ ਆਰਗੇਨਾਈਜੇਸ਼ਨ ਹੈ ਗੀਤ ਗਜ਼ਲ ਤੇ ਸ਼ਾਇਰੀ, ਤੇ ਮੈਂ ਉਹਦੇ ਵਿੱਚ ਜਾਣਾ ਸ਼ੁਰੂ ਕੀਤਾ, ਤੇ ਉਹਦੇ ਨਾਲ ਮੈਨੂੰ ਥੋੜਾ ਬਹੁਤਾ ਜਿੱਦਾਂ ਪਹਿਲਾਂ ਲਿਖਦੀ ਸੀ, ਫਿਰ ਉੱਥੇ ਹੋਰ ਸ਼ੌਕ ਪੈਦਾ ਹੋਇਆ, ਫਿਰ ਮੈਂ ਹੋਰ ਜ਼ਿਆਦਾ ਲਿਖਣਾ ਸ਼ੁਰੂ ਕੀਤਾ। ਹਾਂਜੀ, ਜੇ ਇਹ ਲਿਖਣ ਦਾ ਸ਼ੌਂਕ ਇਹਨਾਂ ਨੂੰ ਸ਼ੁਰੂ ਤੋਂ ਹੀ ਸੀ। ਇਹਨਾਂ ਨੇ ਤੁਸੀਂ ਦੇਖੋ
ਜਦੋਂ ਜਦੋਂ ਮੈਂ ਇਹਨਾਂ ਦੇ ਨਾਲ ਗੱਲ ਕਰਦੀ ਰਹੀ, ਬਹੁਤ ਹੀ ਮੈਂ ਕਿਹਾ ਕਿ ਇੱਕ ਜਿਵੇਂ ਗੁਣਾਂ ਦੀ ਗੁੱਥਲੀ ਨਹੀਂ ਰੱਬ ਨੇ ਬਣਾ ਕੇ ਭੇਜ ਦਿੱਤੀ ਹੁੰਦੀ, ਕਿ ਇਨ ਸਾਇੰਸ ਦੇ ਸਟੂਡੈਂਟ ਹੋਣਾ, ਨਾਲ ਐਥਲੈਟਿਕਸ ਟੀਮ ਦੀ ਕੈਪਟਨ ਹੋਣਾ, ਸਾਰਾ ਕੁਝ ਮਤਲਬ ਅੱਛੇ ਨੰਬਰਾਂ ਦੇ ਵਿੱਚ, ਗੁੱਡ ਪੋਜੀਸ਼ਨ, ਜਿੱਥੇ ਜਿੱਥੇ ਟੈਸਟ ਦੇਣਾ ਉੱਥੇ ਅਵਲ ਰਹਿਣਾ। ਤੇ ਇੱਥੇ ਤੁਸੀਂ ਜ਼ਰੂਰ ਦੱਸੋ ਜਿਹੜਾ ਐਸੇ ਕੰਪੀਟੀਸ਼ਨ ਤੁਸੀਂ ਵਿਨ ਕੀਤਾ ਸੀ ਆਲ ਇੰਡੀਆ ਲੈਵਲ ਦੇ ਉੱਤੇ, ਇਹ ਬਹੁਤ ਹੀ ਇੰਸਪਾਇਰਿੰਗ ਇਹਨਾਂ ਦਾ ਐਕਸਪੀਰੀਅੰਸ ਹੈਗਾ। ਹਾਂਜੀ, ਜਦੋਂ ਮੈਂ +1 +2 ਚ ਸੀਗੀ, ਉਦੋਂ ਟੂਰਿਜ਼ਮ ਇੰਡਸਟਰੀ ਨੇ ਇੱਕ ਕੰਪੀਟੀਸ਼ਨ ਕਰਾਇਆ ਸੀ। ਪਹਿਲਾਂ ਸਕੂਲ ਲੈਵਲ ਤੇ ਸੀ, ਫਿਰ ਸਟੇਟ ਲੈਵਲ ਤੇ ਫਿਰ ਆਲ ਇੰਡੀਆ ਲੈਵਲ ਤੇ। ਇਹ ਔਨ ਦਾ ਸਪੌਟ ਐਸੇ ਕੰਪੀਟੀਸ਼ਨ ਸੀ। ਉਹ ਤੁਹਾਨੂੰ ਰਾਈਟ ਅਵੇ ਦੱਸਦੇ ਸੀ ਟੌਪਿਕ, ਕਿ ਤੁਸੀਂ ਇਸ ਟੌਪਿਕ ਤੇ ਲਿਖਣਾ। ਤੇ ਮੈਂ ਸਕੂਲ ਚੋਂ, ਫਿਰ ਸਟੇਟ ਤੋਂ, ਫਿਰ ਆਲ ਇੰਡੀਆ ਲੈਵਲ ਚੋਂ ਪੰਜਾਬੀ ਚ ਲਿਖਿਆ ਸੀ, ਬਿਕਾਜ਼ ਮੈਂ ਹਮੇਸ਼ਾ ਪੰਜਾਬੀ ਚ ਹੀ ਲਿਖਦੀ ਹਾਂ। ਹਾਂਜੀ। ਤੇ ਮੈਂ ਪੰਜਾਬੀ ਚ ਟੌਪ ਕੀਤਾ, ਪਰ ਉਹਨਾਂ ਨੇ ਹਰੇਕ ਲੈਂਗੁਏਜ ਨੂੰ ਟਰਾਂਸਲੇਟ ਕੀਤਾ ਇੰਗਲਿਸ਼ ਚ, ਤੇ ਉਹਦੇ ਨਾਲ ਵੀ ਮੈਂ ਪੂਰੇ ਇੰਡੀਆ ਚ ਟੌਪ ਤੇ ਆਈ। ਹਾਂਜੀ, ਸੀ ਹਾਊ ਅਮੇਜ਼ਿੰਗ। ਉੱਥੇ ਤੁਹਾਨੂੰ ਔਨ ਸਪੌਟ ਟੌਪਿਕ ਦਿੰਦੇ ਸੀਗੇ, ਹਨਾ? ਉਹਦੇ ਬਾਰੇ ਥੋੜਾ ਜਿਹਾ ਦੱਸੋ। ਉਹ ਤੁਹਾਨੂੰ ਪਤਾ ਨਹੀਂ ਸੀ ਹੁੰਦਾ ਕਿ ਉਹਨਾਂ ਨੇ ਕੀ ਦੱਸਣਾ। ਸੋ ਜਿਹੜਾ ਸਾਡਾ ਫਾਈਨਲ ਆਲ ਇੰਡੀਆ ਦਾ ਹੋਇਆ ਸੀ, ਉਹ ਦਿੱਲੀ ਵਿੱਚ RK ਪੁਰਮ ਚ DPS ਸਕੂਲ ਆ, ਉਹਦੇ ਵਿੱਚ ਹੋਇਆ ਸੀ। ਤੇ ਪੂਰੇ ਇੰਡੀਆ ਤੋਂ, ਹਰੇਕ ਸਟੇਟ ਤੋਂ ਬੱਚੇ ਆਏ ਸੀਗੇ, ਤੇ ਉਹਨਾਂ ਨੇ ਉੱਥੇ ਹੀ ਸਾਨੂੰ ਇੱਕ ਟੌਪਿਕ ਦਿੱਤਾ ਸੀ ਜਿਹੜਾ ਮੈਨੂੰ ਹੁਣ ਯਾਦ ਨਹੀਂ ਹੈ। ਤੇ ਉਹ 1500 ਵਰਡਸ ਦਾ ਲਿਖਣਾ ਸੀ, ਤੇ ਤੁਹਾਨੂੰ ਟਾਈਮ ਲਿਮਿਟ ਸੀਗੀ। ਤੇ ਮੈਂ ਬਸ ਲਿਖਦੀ ਗਈ। ਮੈਂ ਆਪਣੇ ਵੱਲੋਂ ਲੱਗਾ ਸੀ ਮੈਨੂੰ ਕੁਝ ਨਹੀਂ ਮਿਲਣਾ, ਪਰ ਜਦੋਂ ਮੇਰਾ ਰਿਜ਼ਲਟ ਆਇਆ ਤੇ ਮੈਂ ਬਿਲੀਵ ਨਹੀਂ ਕੀਤਾ ਵੀ ਮੈਂ ਵਿਨ ਕਰ ਗਈ ਪੰਜਾਬੀ ਚ। ਹਾਂਜੀ, ਫਿਰ ਇਹਨਾਂ ਦਾ ਉਹ ਪਬਲਿਸ਼ ਵੀ ਹੋਇਆ ਬੁੱਕ ਦੇ ਵਿੱਚ। ਹਾਂਜੀ, ਉਹਨਾਂ ਨੇ ਬੁੱਕ ਪਬਲਿਸ਼ ਕੀਤੀ ਸੀਗੀ। ਤੇ ਨਾਲ ਇਹਨਾਂ ਨੂੰ ਪੂਰਾ ਕਿਉਂਕਿ ਟੂਰਿਜ਼ਮ ਵਾਲਿਆਂ ਦਾ ਸੀ, ਉਹਨਾਂ ਨੇ ਬੜਾ ਅੱਛਾ ਘੁੰਮਣ ਫਿਰਨ ਦਾ ਇਹਨਾਂ ਨੂੰ ਪਹਿਲਾਂ ਸਾਰੀ ਫੈਮਿਲੀ ਨੂੰ ਬੁਲਾਇਆ ਉੱਥੇ। ਹਾਂਜੀ, ਉਹਨਾਂ ਨੇ ਅਵਾਰਡ ਸੈਰੇਮਨੀ ਚ ਪੂਰੀ ਫੈਮਿਲੀ ਨੂੰ ਇਨਵਾਈਟ ਕੀਤਾ ਸੀ। ਫਿਰ ਮੇਰੇ ਡੈਡ, ਮਮ ਤੇ ਸਿਸਟਰ ਤਿੰਨੋਂ ਨਾਲ ਗਏ ਸੀ। ਤੇ ਮਾਧਵ ਰਾਓ ਸਿੰਧਿਆ ਨੇ ਅਵਾਰਡ ਦਿੱਤਾ ਸੀ, ਕਿਉਂਕਿ ਉਹ ਮਿਨਿਸਟਰ ਸੀ ਉਦੋਂ ਦੇ। ਤੇ ਲਾਈਕ ਬੜਾ ਇੰਡੀਆ 'ਚ ਤਾਂ ਕੋਈ ਮਿਨਿਸਟਰ ਦੇ ਨਾਲ ਤੁਹਾਨੂੰ ਵੈਸੇ ਹੀ ਅਵਾਰਡ ਮਿਲ ਜੇ, ਤੁਹਾਨੂੰ ਲੱਗਦਾ ਵੀ ਤੁਸੀਂ ਬਹੁਤ ਅਚੀਵ ਕਰ ਲਿਆ। ਹਾਂਜੀ ਹਾਂਜੀ। ਸੋ ਇੱਕ ਬੜੀ ਹੀ ਅੱਛੀ ਮਤਲਬ ਇਹਨਾਂ ਦੀ ਲਾਈਫ 'ਚੋਂ ਆਪਾਂ ਨੂੰ ਪ੍ਰੇਰਨਾ, ਕਿ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਤੁਸੀਂ ਸੋਚੋ ਕਿ ਮੈਂ ਆ ਨਹੀਂ ਕਰ ਸਕਦੀ। ਇਹ ਹਮੇਸ਼ਾ ਆਪਣੇ ਆਪ ਨੂੰ ਜਿੱਥੇ ਵੀ ਇਹਨਾਂ ਨੂੰ ਮੌਕਾ ਮਿਲਦਾ ਸੀ, ਇਹ ਉੱਥੇ ਜ਼ਰੂਰ ਜਾ ਕੇ ਸ਼ਿਰਕਤ ਕਰਦੇ ਸੀ। ਅੱਗੇ ਰੱਬ ਤੁਹਾਡੇ ਨਾਲ ਰਹਿੰਦਾ, ਜਦੋਂ ਕਹਿੰਦੇ ਨੇ God help those who help themselves, ਹੈ ਨਾ? ਸੋ ਇੱਥੇ ਫਿਰ ਆਪਾਂ ਮੁੜ ਕੇ ਦੁਬਾਰਾ ਤੁਹਾਡੇ ਕਮਿਊਨਿਟੀ ਵਰਕ ਤੇ ਆਉਂਦੇ ਹਾਂ। ਸੋ ਜਦੋਂ ਤੁਸੀਂ ਇੱਥੇ ਆ ਕੇ ਲਿਖਣ ਦੇ ਵਿੱਚ, ਲਿਖਾਰੀ ਸਭਾ ਦੇ ਵਿੱਚ, ਗੀਤ ਗਜ਼ਲ ਐਂਡ ਸ਼ਾਇਰੀ ਦੇ ਵਿੱਚ ਜਾਂਦੇ ਸੀ, ਉੱਥੋਂ ਲਿਖਣ ਦੀ ਲਗਨ ਲੱਗੀ ਰਹਿੰਦੀ ਸੀਗੀ। ਤੇ ਨਾਲ ਦੀ ਨਾਲ ਜਿਹੜੀ ਤੁਸੀਂ ਇੱਕ ਆਰਗੇਨਾਈਜੇਸ਼ਨ ਜੁਆਇਨ ਕੀਤੀ, ਉਹਦੇ ਬਾਰੇ ਦੱਸੋ। ਹਾਂਜੀ, ਆ ਕੇ ਮੈਂ 2012 ਦੇ ਵਿੱਚ ਮੇਰਾ ਬੇਟਾ ਜਦੋਂ 8th ਗ੍ਰੇਡ ਚ ਹੋਇਆ, ਕਿਉਂਕਿ ਇੱਥੇ ਦਾ ਹੈਗਾ ਕਿ ਬੱਚੇ ਨੇ ਕਮਿਊਨਿਟੀ ਸਰਵਿਸ ਕਰਨੀ ਹੁੰਦੀ ਆ, 40 ਆਵਰਸ ਜ਼ਰੂਰੀ ਹੁੰਦੇ ਆ। ਸੋ ਉਹ ਜਦੋਂ ਗ੍ਰੇਡ 8 ਚ ਹੋਇਆ ਤੇ ਉਹਨੇ 40 ਆਵਰਸ ਕਰਨੇ ਸੀ। ਤੇ ਨਾਰਮਲ ਲੋਕਾਂ ਦਾ ਇਹੀ ਹੁੰਦਾ ਵੀ ਗੁਰਦੁਆਰੇ 40 ਘੰਟੇ ਕਰਾ ਦੋ ਤੇ ਉਹ ਖਤਮ ਹੋ ਜਾਂਦਾ, ਪਰ ਮੈਨੂੰ ਸੀਗਾ ਕਿ ਉਹ ਤਾਂ ਤੁਹਾਡਾ ਕੰਪਲਸਰੀ ਆ। ਗੁਰਦੁਆਰੇ 'ਚ ਜੋ ਤੁਸੀਂ ਕਰਨਾ ਉਹ ਤਾਂ ਤੁਸੀਂ ਕਰਨਾ ਹੀ ਕਰਨਾ, ਉਸ ਤੋਂ ਬਿਨਾਂ ਕਮਿਊਨਿਟੀ ਸਰਵਿਸ ਕਰੋਗੇ ਤਾਂ ਕਮਿਊਨਿਟੀ ਸਰਵਿਸ ਮੰਨੀ ਜਾਂਦੀ ਹੈ। ਤੇ ਉਦੋਂ ਹੀ ਮੈਂ ਫੇਸਬੁੱਕ ਤੇ ਆਪਣੀ ਫਰੈਂਡ ਦੇ ਪੇਜ ਤੇ ਦੇਖਿਆ ਸੀ ਕਿ ਅਮਰ ਕਰਮਾ ਆਰਗਨ ਡੋਨੇਸ਼ਨ ਸੁਸਾਇਟੀ ਬਾਰੇ ਪੜ੍ਹਿਆ। ਤੇ ਮੈਨੂੰ, ਕਿਉਂਕਿ ਮੈਂ ਆਲਰੇਡੀ ਉਧਰ ਬਹੁਤ ਰੁਝਾਨ ਸੀਗਾ, ਤੇ ਮੈਂ ਆਪਣੇ ਬੇਟੇ ਨੂੰ ਉੱਥੇ ਕਮਿਊਨਿਟੀ ਵਰਕ ਲਈ ਲਾਇਆ। ਤੇ ਉਹਦੇ ਇੱਕ ਦਿਨ ਉਹ ਕੱਲਾ ਗਿਆ, ਉਸ ਤੋਂ ਬਾਅਦ ਮੈਂ ਵੀ ਉਹਨਾਂ ਦੇ ਨਾਲ ਹੀ ਜੁੜ ਗਈ। ਹਾਂਜੀ, ਦੇਖੋ ਇਹ ਮੈਂ ਹੁਣੇ ਇਹਨਾਂ ਦੀ ਗੱਲ ਤੋਂ ਗੱਲ ਪਿਕ ਕੀਤੀ ਹੈ ਕਿ ਮੈਂ ਵੀ ਕਈ ਵਾਰੀ ਵੇਖਦੀ ਹਾਂ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਜਦੋਂ ਵੀ ਕਮਿਊਨਿਟੀ ਵਰਕ ਦਾ ਟਾਈਮ ਆਉਂਦਾ ਹੈ, ਜਾਂ ਤੇ ਕਿਸੇ ਆਪਣੀ ਜਾਣ ਪਛਾਣ ਨੂੰ ਫੋਨ ਕਰਕੇ ਕਹਿ ਦਿੰਦੇ ਨੇ ਪਲੀਜ਼ ਤੁਸੀਂ ਦੇ ਦਿਓ, ਇਹਨਾਂ ਨੂੰ 40 ਘੰਟੇ ਬੱਚੇ ਨੂੰ ਚਾਹੀਦੇ ਨੇ। ਜਾਂ ਗੁਰਦੁਆਰੇ ਕਮਿਊਨਿਟੀ ਵਰਕ, ਜਿਹੜਾ ਗੁਰਦੁਆਰੇ ਜਾਣਾ ਹੈ ਉਹ ਕਮਿਊਨਿਟੀ ਵਰਕ ਨਹੀਂ ਗਿਣਿਆ ਜਾਣਾ ਚਾਹੀਦਾ, ਕਿਉਂਕਿ ਉਹ ਮਾਵਾਂ ਨੂੰ ਬੱਚਿਆਂ ਨੂੰ ਉਹੀ ਸਿਖਾਉਣਾ ਚਾਹੀਦਾ ਹੈ। ਜਿਵੇਂ ਸਕੂਲ ਜਾਣਾ ਇਜ਼ ਮਸਟ, ਖਾਣਾ ਖਾਣਾ, ਘਰ ਦੇ ਕੰਮ ਸਿੱਖਣੇ ਇਜ਼ ਮਸਟ, ਉੱਦਾਂ ਹੀ ਜਿਹੜਾ ਧਰਮ ਹੈ ਆਪਣਾ ਉਹ ਵੀ ਸਿਖਾਉਣਾ। ਇਟ ਸ਼ੁੱਡ ਨਾਟ ਬੀ ਕਮਿਊਨਿਟੀ ਵਰਕ, ਇਟ ਸ਼ੁੱਡ ਬੀ ਗਿਵਨ as compulsory by the parents। ਸੋ ਇਹ ਬਹੁਤ ਅੱਛੀ ਸੋਚ ਹੈ, ਕਿਉਂਕਿ ਕਿਸੇ ਨੂੰ ਕਹਿਣਾ ਗਲਤ ਕਿ ਇਹ ਏਦਾਂ ਨਹੀਂ, ਪਰ ਜਦੋਂ ਤੁਸੀਂ ਆਪ ਇਹ ਚੀਜ਼ ਨੂੰ ਫੀਲ ਕੀਤੀ, ਮੈਂ ਵੀ ਇਸ ਚੀਜ਼ ਨੂੰ ਬਹੁਤ ਫੀਲ ਕਰਦੀ ਹਾਂ
ਕਿ ਗੁਰਦੁਆਰੇ ਜਾਣਾ ਕਮਿਊਨਿਟੀ ਵਰਕ ਨਹੀਂ ਕਾਊਂਟ ਹੋਣਾ ਚਾਹੀਦਾ, ਬਟ ਇਹ ਕੰਪਲਸਰੀ ਸਾਨੂੰ ਬੱਚਿਆਂ ਨੂੰ ਸੇਵਾ, ਜਿਵੇਂ ਦਸਵੰਧ ਕੱਢਣਾ, ਇਵੇਂ ਦੀਆਂ ਚੀਜ਼ਾਂ ਸਾਨੂੰ ਬੱਚਿਆਂ ਨੂੰ ਗੁਣਾਂ ਵਿੱਚ ਦੇਣੀਆਂ ਚਾਹੀਦੀਆਂ ਨੇ। ਸੋ ਬਹੁਤ ਹੀ ਅੱਛੀ ਤੁਸੀਂ ਸੋਚ ਰੱਖੀ। ਫਿਰ ਇਹਨਾਂ ਨੇ ਅਮਰ ਕਰਮਾ ਜੁਆਇਨ ਕਰ ਲਿਆ, ਬੇਟੇ ਨੂੰ ਜੁਆਇਨ ਕਰਾਇਆ ਤੇ ਨਾਲ ਆਪ ਕਰ ਲਿਆ। ਤੇ ਤੁਹਾਨੂੰ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ? ਕੀ ਤੁਸੀਂ ਇੱਥੇ ਨਵਾਂ ਸਿੱਖਿਆ ਅਮਰ ਕਰਮਾ ਦੇ ਨਾਲ? ਅਮਰ ਕਰਮਾ 'ਚ ਅਸੀਂ ਕਈ ਚੀਜ਼ਾਂ, ਜਦੋਂ ਅਸੀਂ ਸ਼ੁਰੂ 'ਚ ਅਮਰ ਕਰਮਾ ਸ਼ੁਰੂ ਹੋਇਆ ਸੀ, ਉਹ ਸੀ ਅਮਰ ਕਰਮਾ ਆਰਗਨ ਡੋਨੇਸ਼ਨ ਸੁਸਾਇਟੀ। ਅਸੀਂ ਲੋਕਾਂ ਨੂੰ ਪ੍ਰਮੋਟ ਕਰਦੇ ਸੀ ਕਿ ਆਫਟਰ ਡੈਥ ਪਲੀਜ਼ ਡੋਨੇਟ ਯੂਰ ਆਰਗਨਸ। ਤੇ ਜਦੋਂ ਮੈਂ ਸ਼ੁਰੂ ਕੀਤਾ ਸੀ ਤੇ ਅੱਜ ਦੀ ਡੇਟ 'ਚ ਵੀ ਦੇਖੀਏ, ਸਾਡੀ ਜਿਹੜੀ ਵੇਟਿੰਗ ਲਿਸਟ ਆ ਕੋਈ ਘਟੀ ਨਹੀਂ ਹੈਗੀ, ਹਾਲੇ ਵੀ ਉਨੇ ਹੀ ਲੋਕ ਵੇਟਿੰਗ ਲਿਸਟ ਤੇ ਆ। ਤੇ ਜਦੋਂ ਅਸੀਂ ਉਹਨਾਂ ਦੀਆਂ ਸਟੋਰੀਜ਼ ਸੁਣਦੇ ਆ ਕਿ ਜਿਹੜੇ ਲੋਕੀ ਵੇਟਿੰਗ ਲਿਸਟ ਤੇ ਆ, ਤੁਹਾਨੂੰ ਇੱਕ ਡਿਫਰੈਂਟ ਜੀ ਪੇਨ ਫੀਲ ਹੁੰਦੀ ਹੈ ਕਿ ਹਾਏ ਕਾਸ਼ ਅਸੀਂ ਇਹਨਾਂ ਲਈ ਕੁਝ ਕਰ ਸਕੀਏ। ਤੇ ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਜਿਹੜਾ ਉਹਨੂੰ ਵਾਸਟ ਕੀਤਾ। ਅੱਜ ਅਸੀਂ ਅਮਰ ਕਰਮਾ ਹੈਲਥ ਐਂਡ ਵੈਲਨੈਸ ਸੁਸਾਇਟੀ ਦੇ ਉਹਦੇ ਤੇ ਚੱਲ ਰਹੇ ਹਾਂ, ਕਿਉਂਕਿ ਅਸੀਂ ਇਕੱਲਾ ਆਰਗਨ ਡੋਨੇਸ਼ਨ ਪ੍ਰਮੋਟ ਨਹੀਂ ਕਰਦੇ, ਅਸੀਂ ਮੈਂਟਲ ਹੈਲਥ, ਡੋਨੇਟ ਯੋਰ umbilical cord, ਗੋ ਫॉर ਅਦਰ ਥਿੰਗਸ ਐਜ਼ ਵੈਲ, ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਨ ਕੋਵਿਡ ਟਾਈਮਸ ਅਸੀਂ ਲੋਕਾਂ ਨੂੰ ਕੋਵਿਡ ਬਾਰੇ ਅਵੇਅਰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੀ ਜਿਹੜੇ ਵੀ ਲੋਕ ਇੱਥੇ ਬਰੈਂਪਟਨ ਦੇ ਵਿੱਚ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਜਾਂ GTA ਏਰੀਏ ਦੇ ਵਿੱਚ ਦੇਖ ਰਹੇ ਨੇ, ਉਹਨਾਂ ਨੂੰ ਅਮਰ ਕਰਮਾ ਬਾਰੇ ਜ਼ਰੂਰ ਭਰਪੂਰ ਜਾਣਕਾਰੀ, ਕਿਉਂਕਿ ਇੱਕ ਸਾਡੀ ਕਮਿਊਨਿਟੀ ਦਾ ਸਭ ਤੋਂ ਵਧੀਆ ਪ੍ਰੋਗਰਾਮ ਆਰਗਨ ਡੋਨੇਸ਼ਨ ਤੇ ਜਿਹੜਾ ਕੀਤਾ ਜਾਂਦਾ ਹੈ ਹਰ ਸਾਲ, ਉਹ ਅਮਰ ਕਰਮਾ ਲਈ ਦੁਆਰਾ ਹੀ ਕੀਤਾ ਜਾਂਦਾ ਹੈ। ਤੇ ਬਹੁਤ ਹੀ ਅੱਛੀ ਇੱਕ ਤੁਹਾਡੇ, ਮੈਂ ਕਹਿੰਦੀ ਹਾਂ ਯੂ ਆਰ ਲੱਕੀ ਕਿ ਤੁਹਾਨੂੰ ਆਉਂਦਿਆਂ ਸਾਰ, ਕਈ ਵਾਰੀ ਹੁੰਦਾ ਕਿ ਅਸੀਂ ਉੱਥੇ ਗਏ ਬਟ ਬਾਅਦ 'ਚ ਸਾਨੂੰ ਅਮਰ ਕਰਮਾ ਮਿਲਿਆ, ਪਰ ਕਿਉਂਕਿ ਤੁਹਾਡੀ ਕਿਸਮਤ ਹਮੇਸ਼ਾ ਹੀ ਵਧੀਆ ਸਿਤਾਰੇ ਤੁਹਾਡੇ ਬੁਲੰਦ ਰਹੇ, ਤੁਸੀਂ ਆਉਂਦਿਆਂ ਸਾਰੀ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜ ਗਏ, ਹੈ ਨਾ। ਸੋ ਅਸੀਂ ਇੱਥੇ ਫਿਰ ਟਾਈਮ ਹੋਣ ਜਾ ਰਿਹਾ ਸਾਡੀ ਇੱਕ ਅਗਲੀ ਬ੍ਰੇਕ ਦਾ, ਤੇ ਉਸ ਤੋਂ ਬਾਅਦ ਆ ਕੇ ਅਸੀਂ ਗੱਲ ਕਰਾਂਗੇ ਕਿ ਕਿੱਦਾਂ ਅਮਰ ਕਰਮਾ ਦੇ ਵਿੱਚ ਕੀ ਕੰਮ ਕਰਦੇ ਨੇ, ਕਿੱਦਾਂ ਇਹ ਵਿਨੀ ਉਹਨਾਂ ਦੀ ਇਹਨੂੰ ਕੀ ਦੇਣਾ ਹੈ, ਤੇ ਅਸੀਂ ਇਹਦੇ ਤੋਂ ਕੀ ਸਿੱਖ ਸਕਦੇ ਹਾਂ, ਤੇ ਕਿੱਦਾਂ ਅਸੀਂ ਕਮਿਊਨਿਟੀ ਨੂੰ ਇੱਕ ਬੈਟਰ ਪਲੇਸ ਬਣਾ ਸਕਦੇ ਹਾਂ। ਸੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ। ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 5623। ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਉਡਾਨ ਦੇ ਵਿੱਚ। ਜਿਵੇਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੀ ਸੀ ਕਿ ਵਿਨੀ ਹੁਰਾਂ ਨੇ ਇੱਥੇ ਇੱਕ ਬਹੁਤ ਹੀ ਅੱਛੀ ਆਰਗੇਨਾਈਜੇਸ਼ਨ, ਜਿਹੜੀ ਕਿ ਇਸ ਏਰੀਏ ਦੇ ਵਿੱਚ ਬਹੁਤ ਹੀ ਵੈਲ ਨੋਨ ਤੇ ਬੜੇ ਅੱਛੇ ਕੰਮ ਕਰਦੀ ਹੈ, ਉਹਨੂੰ ਜੁਆਇਨ ਕਰ ਲਿਆ। ਤੇ ਇਹ ਤੁਸੀਂ ਇਕੱਲੇ ਨਹੀਂ ਜੁਆਇਨ ਕੀਤਾ, ਸਾਰੀ ਫੈਮਿਲੀ ਨੇ ਜੁਆਇਨ ਕੀਤਾ। ਹਾਂਜੀ, ਤੇ ਇਹਦੇ ਬਾਰੇ ਜਰੂਰ ਦੱਸੋ, ਤੁਹਾਡੇ ਹਸਬੈਂਡ ਦੀ, ਬੇਟੇ ਦੀ ਇਹਦੇ ਵਿੱਚ ਕੀ ਤੁਹਾਨੂੰ ਸਪੋਰਟ ਰਹੀ? ਕਿਉਂਕਿ ਕਹਿੰਦੇ ਨੇ ਫੈਮਿਲੀ ਦੀ ਸਪੋਰਟ ਤੋਂ ਬਗੈਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਹਾਂਜੀ, ਜਿੱਦਾਂ ਕਿ ਮੇਰੇ ਬਚਪਨ 'ਚ ਮੈਨੂੰ ਮੇਰੇ ਪੇਰੈਂਟਸ ਦੀ ਬਹੁਤ ਸਪੋਰਟ ਸੀ, ਤੇ ਆਫਟਰ ਮੈਰਿਜ ਆਈ ਐਮ ਵੈਰੀ ਲੱਕੀ ਕਿ ਮੇਰੇ ਹਸਬੈਂਡ ਨੇ ਮੈਨੂੰ ਇੰਨਾ ਸਪੋਰਟ ਕੀਤਾ। ਅੱਜ ਜੇ ਮੈਂ ਕੁਝ ਵੀ ਆ ਤੇ ਉਹਨਾਂ ਦੀ ਉਹਦੇ ਤੋਂ ਬਿਨਾਂ ਨਹੀਂ ਹੋ ਸਕਦੀ। ਹਾਂਜੀ, ਕੋਈ ਵੀ ਕਹਾਵਤ ਬਣੀ ਹੋਈ ਹੈ ਕਿ ਹਰੇਕ ਕਾਮਯਾਬ ਆਦਮੀ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ, ਪਰ ਮੈਂ ਕਹਿੰਦੀ ਜੇ ਕੋਈ ਔਰਤ ਆਪਣੀ ਲਾਈਫ 'ਚ ਭਾਵੇਂ ਸਕਸੈਸਫੁਲ ਨਾ ਵੀ ਹੋਵੇ, ਪਰ ਜੇ ਉਹ ਖੁਸ਼ ਹੈ, ਉਹਦੇ ਕੋਲੇ ਜੋ ਉਹ ਚਾਹੁੰਦੀ ਹੈ, ਉਹਨੂੰ ਕੋਈ ਸਿਤਾਰਿਆਂ ਤੇ ਚੜ੍ਹਨ ਦੀ ਲੋੜ ਨਹੀਂ ਹੈ, ਪਰ ਜੋ ਉਹ ਚਾਹੁੰਦੀ ਹੈ ਜੇ ਉਹਨੂੰ ਮਿਲਿਆ ਹੋਇਆ ਤਾਂ ਉਹਦੇ ਹਸਬੈਂਡ ਤੇ ਉਹਦੀ ਫੈਮਿਲੀ ਤੋਂ ਬਿਨਾਂ ਪੋਸੀਬਲ ਨਹੀਂ ਹੈਗਾ। ਹਾਂਜੀ, ਇੱਕ ਕਹਿੰਦੇ ਨੇ ਚੰਗਾ ਜੀਵਨ ਸਾਥੀ ਤੁਹਾਡੀ ਜ਼ਿੰਦਗੀ ਨੂੰ ਬੜੀ ਅੱਛੀ ਲੀਹ ਤੇ
ਫਰਾਟੇ ਮਾਰ ਕੇ ਦੌੜਾ ਸਕਦਾ ਹੈ, ਤੇ ਜੇ ਇਹ ਸਾਥ ਕਿਤੇ ਨਾ ਕੰਮ ਕਰੇ ਤੇ ਇਹ ਜ਼ਿੰਦਗੀ ਜਿਉਣਾ ਦੁੱਬਰ ਹੋ ਜਾਂਦਾ ਹੈ। ਇਹ ਇਸ ਤੋਂ ਵੱਡੀ ਤਾਂ ਹੀ ਕਹਿੰਦੇ ਨੇ ਜਦੋਂ ਬੱਚਿਆਂ ਦਾ ਵਿਆਹ ਕਰਦੇ ਨੇ, ਕਹਿੰਦੇ ਉਹਨੂੰ ਅੱਛਾ ਘਰ ਮਿਲ ਜੇ, ਕਹਿੰਦੇ ਜਿਹਦੀ ਧੀ ਸੁਖੀ ਉਹਦੀ ਕੁੱਲ ਸੁਖੀ। ਇੱਕ ਬੇਟੀ ਤੇ ਇੱਕ ਅੱਛੇ ਸਾਥ ਕਰਕੇ ਖੁਸ਼ ਹੁੰਦੀ ਹੈ, ਉਹਦੇ ਪਿੱਛੇ ਸਾਰਾ ਖਾਨਦਾਨ ਖੁਸ਼ ਹੁੰਦਾ ਹੈ। ਸੋ ਮੇਰੀ ਜੇ ਕੋਈ ਵੀਰ ਸੁਣ ਰਹੇ ਨੇ, ਜ਼ਰੂਰ ਆਪਣੀਆਂ ਬੀਵੀਆਂ ਨੂੰ, ਆਪਣੀਆਂ ਭੈਣਾਂ ਨੂੰ, ਮਾਤਾਵਾਂ ਨੂੰ, ਜੋ ਵੀ ਤੁਹਾਡੀ ਜ਼ਿੰਦਗੀ 'ਚ ਕੋਈ ਵੀ ਔਰਤ ਜੇ ਹੈ ਉਹ ਅੱਗੇ ਵਧਣਾ ਚਾਹੁੰਦੀ ਹੈ, ਉਹਨੂੰ ਤੁਹਾਡੀ ਛੋਟੀ ਜਿਹੀ ਕੋਸ਼ਿਸ਼ ਕਿਤੇ ਨਾ ਕਿਤੇ ਬਹੁਤ ਦੂਰ ਲੈ ਜਾਂਦੀ ਹੈ, ਤੇ ਉਹ ਜ਼ਰੂਰ ਯਾਦ ਵੀ ਰੱਖਦੀ ਹੈ ਇਸ ਚੀਜ਼ ਨੂੰ, ਹਨਾ। ਸੋ ਮੈਂ ਵੀ ਇੱਥੇ ਹਰ ਥਾਂ ਤੇ ਕਹਿੰਦੀ ਹਾਂ ਕਿ ਜੋ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਮੁਕਾਮ ਤੇ ਹਾਂ, ਉਸਦਾ ਸਭ ਤੋਂ ਵੱਡਾ ਹੱਥ ਮੇਰੇ ਹਸਬੈਂਡ ਨੂੰ ਹੀ ਜਾਂਦਾ ਹੈ, ਕਿਉਂਕਿ ਉਹ ਜਿੰਨੀ ਸਪੋਰਟ ਕਰਦੇ ਨੇ, ਮੈਂ ਕਹਿੰਦੀ ਹਾਂ ਕਿ ਅੱਜ ਕੱਲ ਮੈਂ ਦੇਖਦੀ ਹਾਂ ਕਿ ਹੀ ਇਜ਼ 1 in millions ਕਿ ਇੰਨੀ ਸਪੋਰਟ ਕਰਦੇ ਨੇ। ਸੋ ਬੜੀ ਅੱਛੀ ਗੱਲ ਰਹੀ। ਇੱਕ ਤੇ ਇਹਨਾਂ ਨੂੰ ਇੰਨਾ ਸੁੱਖ ਦਿੱਤਾ, ਖੁਸ਼ੀ ਦਿੱਤੀ, ਤੇ ਇੱਕ ਇਹ ਜਿਹੜੇ ਵੀ ਕੰਮ ਕਰਦੇ ਨੇ ਉਹਦੇ ਨਾਲ ਇਹ ਮੋਢੇ ਨਾਲ ਮੋਢਾ ਨਹੀਂ, ਮੈਨੂੰ ਲੱਗਦਾ ਹੈ ਗੁਰੂ ਇੱਕ ਕਦਮ ਅੱਗੇ ਚੱਲਦੇ ਨੇ, ਹਨਾ। ਹਾਂਜੀ, ਮੈਨੂੰ ਗਾਈਡ ਕਰਨ 'ਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਮੈਨੂੰ ਲੱਗਦਾ ਕਿ ਮੇਰੇ 'ਚ ਇੰਨੇ ਗੁਣ ਨਹੀਂ ਹੈਗੇ ਜਿੰਨੇ ਗੁਣ ਗੁਰੂ 'ਚ ਜ਼ਿਆਦਾ ਨੇ, ਤੇ ਜੇ ਮੈਂ ਅੱਜ ਕੁਛ ਹੈਗੀ ਹਾਂ ਤਾਂ ਮੈਨੂੰ ਲੱਗਦਾ ਕਿ ਉਹਦੇ 'ਚ ਮੇਰੇ ਤੋਂ ਵੀ ਵੱਧ 100 ਤੋਂ ਵੀ ਵੱਧ ਜਿਹੜਾ ਹੈਗਾ ਉਹ ਦੇਣ ਉਹਨਾਂ ਦੀ ਆ। ਠੀਕ ਹੈ ਜੀ। ਸੋ ਪਹਿਲਾਂ ਆਪਾਂ ਗੱਲ ਕਰਾਂਗੇ ਆਰਗਨ ਡੋਨੇਸ਼ਨ ਤੇ। ਤੁਸੀਂ ਵਿਸਥਾਰ ਨਾਲ ਦੱਸੋ ਕਿ ਕਈ ਵਾਰੀ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਪਾਰਟਸ ਦਿੱਤੇ ਜਾ ਸਕਦੇ ਨੇ, ਕਿਹਦੇ ਥੱਲੇ ਆਉਂਦੇ ਨੇ। ਸੋ ਤੁਸੀਂ ਉਹਦੇ ਬਾਰੇ ਥੋੜਾ ਐਕਸਪਲੇਨ ਕਰੋ। ਹਾਂਜੀ, ਅਮਰ ਕਰਮਾ ਆਰਗਨ ਡੋਨੇਸ਼ਨ ਸੁਸਾਇਟੀ ਆਪਣੀ ਸਾਊਥ ਏਸ਼ੀਅਨ ਦੀ ਪਹਿਲੀ ਸੁਸਾਇਟੀ ਹੈ ਜਿਹਨੇ ਲੋਕਾਂ ਨੂੰ ਆਰਗਨ ਡੋਨੇਸ਼ਨ ਬਾਰੇ ਅਵੇਅਰ ਕੀਤਾ। ਤੇ ਫਰਸਟ ਜਿਹੜਾ ਹੁੰਦਾ ਉਹ ਹੈਗਾ ਕਿ ਤੁਸੀਂ ਆਰਗਨ ਡੋਨੇਟ ਕਰ ਸਕਦੇ ਹੋ, ਆਰਗਨ ਐਂਡ ਟਿਸ਼ੂ ਡੋਨੇਸ਼ਨ। ਉਹਦੇ ਵਿੱਚ ਤੁਹਾਡਾ ਆਈਜ਼, ਹਾਰਟ, ਲਿਵਰ, ਕਿਡਨੀਜ਼, ਪੈਨਕ੍ਰੀਆਸ ਤੇ ਬੋਡੀ ਟਿਸ਼ੂਜ਼ ਜਿਹੜੇ ਆ ਤੁਸੀਂ ਡੋਨੇਟ ਕਰ ਸਕਦੇ ਹੋ। ਤੇ ਫਿਰ ਹੁੰਦਾ ਅਮਰ ਕਰਮਾ 'ਚ ਅਸੀਂ ਉਹਦੇ ਬਾਰੇ ਇੰਨਾ ਵਿਸਥਾਰ 'ਚ ਲੋਕਾਂ ਨੂੰ ਨਹੀਂ ਕਹਿੰਦੇ, ਬਟ ਲਾਈਵ ਡੋਨਰਸ ਹੁੰਦੇ ਆ, ਉਹ ਯੂਨੀਵਰਸਿਟੀ ਹੈਲਥ ਨੈਟਵਰਕ ਜਿਹੜਾ ਉਹਦੇ ਤੇ ਫਾਰਮਸ ਅਵੇਲੇਬਲ ਆ, ਉਹ ਤੁਸੀਂ ਭਰ ਕੇ ਆਪਣੇ ਡਾਕਟਰਸ ਤੋਂ ਸਾਈਨ ਕਰਵਾ ਕੇ ਉਹਦੇ ਲਈ ਰਜਿਸਟਰ ਹੋ ਸਕਦੇ ਹੋ। ਹਾਂਜੀ, ਉਹ ਹੁੰਦਾ ਕਿ ਤੁਸੀਂ ਆਪਣੀ ਲਾਈਫ 'ਚ ਜੀਂਦੇ ਜੀ ਆਪਣੀਆਂ ਆਈਜ਼ ਚੋਂ ਕੁਝ ਪਾਰਟ, ਆਪਣੇ ਲਿਵਰ ਦਾ ਪਾਰਟ ਤੇ ਇੱਕ ਕਿਡਨੀ ਜਿਹੜੀ ਆ ਡੋਨੇਟ ਕਰ ਸਕਦੇ ਹੋ। ਤੇ ਇਹਦੇ ਵਿੱਚ ਮੈਂ ਜਦੋਂ ਇਹਨਾਂ ਦੇ ਨਾਲ ਕੱਲ ਗੱਲ ਕਰ ਰਹੀ ਸੀ, ਜਦੋਂ ਇਹਨਾਂ ਨੇ ਕਿਹਾ ਕਿ ਤੁਸੀਂ ਲਾਈਵ ਲਾਈਕ ਵਾਈਲ ਯੂ ਆਰ ਅਲਾਈਵ ਤੁਸੀਂ ਆਪਣੀਆਂ ਆਈਜ਼ ਡੋਨੇਸ਼ਨ ਕਰ ਸਕਦੇ ਹੋ, ਮੈਂ ਕਿਹਾ ਵੀ ਤੁਸੀਂ ਇੱਕ ਅੱਖ ਕਰ ਸਕਦੇ ਹੋ, ਜਾਂ ਜਿਵੇਂ ਕਿਡਨੀ ਤਾਂ ਆਪਾਂ ਪਤਾ ਹੈ ਇੱਕ ਕਿਡਨੀ ਕਰ ਸਕਦੇ ਹਾਂ। ਸੋ ਬੜਾ ਹੀ ਇਹਨਾਂ ਨੇ, ਤੁਸੀਂ ਦੱਸੋ ਕਿ ਆਈਜ਼ ਜਿੰਦੇ ਜੀ ਕਿਵੇਂ ਕਰ ਸਕਦੇ ਹੋ। ਇੱਕ ਪਾਰਟ ਹੈਗਾ ਜਿਹੜਾ ਤੁਹਾਡਾ ਉਹ ਲੈ ਕੇ ਕਈ ਲੋਕਾਂ ਨੂੰ ਦਿਖਦਾ ਨਹੀਂ ਹੈ, ਪਰ ਉਹ ਤੁਹਾਡੇ ਛੋਟਾ ਜਿਹਾ ਪਾਰਟ ਲੈਣਾ, ਤੁਹਾਡੀ ਆਈਜ਼ ਨੂੰ ਕੋਈ ਇਫੈਕਟ ਨਹੀਂ ਹੁੰਦਾ, ਪਰ ਉਹ ਦੂਸਰੇ ਬੰਦੇ ਦੀ ਜਿਹੜੀ ਆਈਸਾਈਟ ਹੈ ਉਹ ਵਾਪਸ ਆ ਜਾਂਦੀ ਹੈ। ਹਾਂਜੀ, ਇੱਕ ਲੇਅਰ ਕਹਿੰਦੇ ਨੇ ਲੈ ਤੁਹਾਡੇ ਚੋਂ ਲੈ ਲੈਂਦੇ ਨੇ, ਤੁਹਾਡੀ ਬੈਕ ਗਰੋ ਹੋ ਜਾਂਦੀ ਹੈ। ਮੈਨੂੰ ਇੰਨੀ ਨਹੀਂ ਡਿਟੇਲ 'ਚ ਮੈਂ ਪੜਿਆ, ਪਰ ਮੈਨੂੰ ਇੰਨਾ ਪਤਾ ਕਿ ਤੁਹਾਡੀ ਆਈਜ਼ ਤੇ ਕੁਝ ਫਰਕ ਨਹੀਂ ਪੈਂਦਾ, ਬਟ ਦੂਜੇ ਨੂੰ ਉਹਦਾ ਅੱਖਾਂ ਦਾ ਜਿਹੜਾ ਇੰਨਾ ਵੱਡਾ ਦਾਨ ਮਿਲ ਜਾਂਦਾ। ਹਾਂਜੀ, ਤੇ ਉਸ ਤੋਂ ਬਾਅਦ ਤੁਸੀਂ ਲਿਵਰ ਬਾਰੇ ਵੀ ਗੱਲ ਕਰ ਰਹੇ ਸੀ, ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਲਿਵਰ ਹੈਗਾ ਉਹ ਗਰੋ ਕਰ ਜਾਂਦਾ। ਸਾਡਾ ਲਿਵਰ ਜੇ ਉਹ ਥੋੜਾ ਪਾਰਟ ਕੱਟ ਕੇ ਕਿਸੇ ਨੂੰ ਜਿਹਨੂੰ ਜ਼ਰੂਰਤ ਹੈ ਦੇ ਦਿੰਦੇ ਆ ਤਾਂ ਉਹ ਗਰੋ ਕਰ ਜਾਏਗਾ, ਉਹ ਉਧਰ ਵੀ ਗਰੋ ਕਰੇਗਾ ਤੇ ਇੱਧਰ ਵੀ ਗਰੋ ਕਰੇਗਾ। ਸੋ ਬੇਸਿਕਲੀ ਤੁਸੀਂ ਆਪਣੇ ਜੀਂਦੇ ਜੀ ਕਿਸੇ ਹੋਰ ਨੂੰ ਜ਼ਿੰਦਗੀ ਦੇਗੇ। ਹਾਂਜੀ, ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਿਸੇ ਕੋਈ ਜ਼ਿਆਦਾ ਕਰਕੇ ਡਰਿੰਕ ਕਰਨ ਦੇ ਨਾਲ ਜਾਂ ਕੋਈ ਖਾਣ ਪੀਣ ਦੀਆਂ ਚੀਜ਼ਾਂ ਦੇ ਠੀਕ ਨਹੀਂ ਰਹਿੰਦਾ, ਉਹਦੇ ਨਾਲ ਲਿਵਰ ਖਰਾਬ ਹੋ ਜਾਂਦਾ ਹੈ। ਸੋ ਜੇ ਤੁਸੀਂ ਆਪਣਾ ਪਾਰਟ ਆਫ ਲਿਵਰ ਉਹਨੂੰ ਜਿੰਦੇ ਜੀ ਡੋਨੇਟ ਕਰ ਦਿੰਦੇ ਹੋ, ਤੁਹਾਡਾ ਵੀ ਗਰੋ ਹੋ ਕੇ ਉੱਥੇ ਆ ਜਾਏਗਾ ਤੇ ਅਗਲੇ ਦੇ ਵਿੱਚ ਵੀ ਤੁਹਾਡਾ ਪਾਰਟ ਜਿਹੜਾ ਗਰੋ ਕਰ ਜਾਏਗਾ। ਵਾਟ ਅ ਬਿਊਟੀਫੁਲ ਡੋਨੇਸ਼ਨ, ਹੈ ਨਾ। ਸੋ ਉਸ ਤੋਂ ਬਾਅਦ ਤੁਸੀਂ ਦੱਸ ਰਹੇ ਸੀ ਕਿਡਨੀਜ਼ ਦਾ, ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਪਰ ਫਿਰ ਵੀ ਮੈਂ ਚਾਹਾਂਗੀ ਤੁਸੀਂ ਜ਼ਰੂਰ ਜਾਣਕਾਰੀ ਦਿਓ। ਹਾਂਜੀ, ਕਿਡਨੀ ਜਿਹੜੀ ਆ ਅਸੀਂ ਇੱਕ ਕਿਡਨੀ ਤੇ ਸਰਵਾਈਵ ਕਰ ਸਕਦਾ ਹਰੇਕ ਹਿਊਮਨ, ਤੇ ਆਪਾਂ ਇੱਕ ਕਿਡਨੀ ਜਿਹੜੀ ਆ ਡੋਨੇਟ ਕਰ ਸਕਦੇ ਆ। ਜਿਹੜੇ ਬੰਦਿਆਂ ਦੀਆਂ ਦੋਨੋਂ ਕਿਡਨੀਜ਼ ਫੇਲ ਹੋ ਜਾਂਦੀਆਂ, ਉਹਨਾਂ ਦੀ ਲਾਈਫ ਜਿਹੜੀ ਹੈਗੀ ਆ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਵੀਕ 'ਚ ਕਿੰਨੀ ਵਾਰੀ ਡਾਇਲਿਸਿਸ ਲਈ ਜਾਣਾ ਪੈਂਦਾ, ਤੇ ਉਹ ਉਹਨਾਂ ਦੀ ਲਾਈਫ ਦਾ ਇੱਕ ਹਿੱਸਾ ਬਣ ਜਾਂਦਾ। ਉਹਨਾਂ ਦੀ ਆਪਣੀ ਕੋਈ ਲਾਈਫ ਨਹੀਂ ਰਹਿ ਜਾਂਦੀ। ਲਾਈਕ
ਥਿੰਕ ਅਬਾਊਟ ਇਟ ਕਿ ਤੁਸੀਂ ਐਵਰੀ ਸੈਕਿੰਡ ਡੇ ਆਪਣਾ ਪੂਰਾ ਬਲੱਡ ਕਢਾ ਕੇ ਦੁਬਾਰਾ ਇਨਫਿਊਜ਼ ਕਰਾ ਰਹੇ ਹੋ। ਇਟਸ ਨਾਟ ਈਜ਼ੀ, ਇਟਸ ਅ ਵੈਰੀ ਪੇਨਫੁਲ। ਮੈਂ ਕਈ ਮਰੀਜ਼ਾਂ ਨੂੰ ਜਿਹੜੇ ਪੇਸ਼ੈਂਟਸ ਨੇ ਦੇ ਉਹਨਾਂ ਨੂੰ ਦੇ ਫੈਮਲੀਜ਼ ਨਾਲ ਵੀ ਗੱਲ ਕਰਦੀ ਹਾਂ ਕਿ ਉਹਨਾਂ ਦਾ ਕਈ ਵਾਰੀ ਜੀ ਨਹੀਂ ਕਰਦਾ ਹੁੰਦਾ, ਉਹਨਾਂ ਨੂੰ ਧੱਕੇ ਨਾਲ ਲੈ ਕੇ ਜਾਂਦੇ ਨੇ, ਬਟ ਜੇ ਆਪਣੀ ਇੱਕ ਕਿਡਨੀ ਕਿਸੇ ਦੇ ਨਾਲ ਮੈਚ ਕਰ ਜਾਏ ਤੇ ਆਪਾਂ ਡੋਨੇਟ ਕਰ ਸਕੀਏ, ਸਾਡੇ 'ਚ ਇਹ ਭਾਵਨਾ ਹੋਏ ਤਾਂ ਇਹ ਬਹੁਤ ਹੀ ਅੱਛੀ ਗੱਲ ਹੈਗੀ ਹੈ ਨਾ। ਸੋ ਇਹ ਤਾਂ ਹੋ ਗਏ ਜਿਹੜੇ ਤੁਹਾਡੇ ਲਾਈਵ ਡੋਨਰ ਹੈ ਨਾ। ਸੋ ਹੋਲ ਬਾਡੀ ਨੂੰ ਜਦੋਂ ਆਪਾਂ ਡੋਨੇਟ ਕਰਦੇ ਹਾਂ ਉਹਦੇ ਵਿੱਚ ਤੁਸੀਂ ਦੱਸੋ ਉਹ, ਪਰ ਇਟਸ ਨਾਟ ਪਾਰਟ ਆਫ देयर ਆਰਗੇਨਾਈਜੇਸ਼ਨ ਅਮਰ ਕਰਮਾ ਦੇ ਵਿੱਚ ਨਹੀਂ, ਪਰ ਉਹ ਕਿੱਦਾਂ, ਹਾਊ ਡਜ਼ ਦੈਟ ਵਰਕ? ਹਾਂਜੀ, ਜਦੋਂ ਮੈਂ ਆਪਣਾ ਫਾਰਮ ਸਾਈਨ ਕੀਤਾ ਸੀ ਉਹਦੇ ਵਿੱਚ ਤੁਹਾਨੂੰ ਦੋਨੋਂ ਆਪਸ਼ਨਸ ਮਿਲਦੀਆਂ। ਇੱਕ ਆਪਸ਼ਨ ਹੈਗੀ ਕਿ ਤੁਸੀਂ ਆਪਣੇ ਆਰਗਨਸ ਡੋਨੇਟ ਕਰ ਸਕਦੇ ਹੋ, ਦੂਜੀ ਆਪਸ਼ਨ ਹੁੰਦੀ ਹੈ ਕਿ ਤੁਸੀਂ ਆਰਗਨਸ ਦੇ ਨਾਲ ਕਿ ਤੁਸੀਂ ਬਾਡੀ ਡੋਨੇਟ ਕਰ ਸਕਦੇ ਹੋ, ਜਾਂ ਇੱਕ ਚੀਜ਼ ਕਰ ਸਕਦੇ ਹੋ ਜਾਂ ਦੋਨੋਂ ਕਰ ਸਕਦੇ ਹੋ। ਸੋ ਮੇਰਾ ਬਿਲੀਵ ਹੈ ਕਿ ਜਦੋਂ ਤੁਸੀਂ ਜਾਣਾ, ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਹੜੀ ਹਾਲਤ 'ਚ ਜਾਣਾ। ਸੋ ਮੈਨੂੰ ਲੱਗਾ ਕਿ ਮੈਂ ਆਪਣੀ ਬਾਡੀ ਵੀ ਡੋਨੇਟ ਕਰ ਦੇਵਾਂ ਕਿ ਜੇ ਕਿਸੇ ਨੂੰ ਜ਼ਿੰਦਗੀ ਨਹੀਂ ਦੇ ਸਕਦੀ ਤਾਂ ਆਉਣ ਵਾਲੇ ਕਿਸੇ ਦਾ ਫਾਇਦਾ ਹੋਰ ਤਰੀਕੇ ਨਾਲ ਹੀ ਕਰ ਦੇਵਾਂ। ਕਈ ਵਾਰੀ ਕੀ ਹੁੰਦਾ ਹੈ ਕਿ ਤੁਸੀਂ that could be ਕਿ ਐਕਸੀਡੈਂਟ ਹੋ ਗਿਆ, ਤੁਹਾਡੇ ਪਾਰਟਸ ਇੰਨੇ ਡੈਮੇਜ ਹੋ ਗਏ ਨੇ, ਉਹ ਨਹੀਂ ਦਿੱਤੇ ਜਾ ਸਕਦੇ, ਜਾਂ ਟਾਈਮ ਸਿਰ ਨਹੀਂ, ਟਾਈਮ ਪੀਰੀਅਡ ਹੁੰਦਾ ਆਫਟਰ ਯੋਰ ਡੈਥ ਕਿ ਉਸ ਟਾਈਮ 'ਚ ਨਿਕਲ ਗਏ ਉਹ। ਕਈ ਵਾਰੀ ਹੁੰਦਾ ਹੈ ਕਿ ਤੁਸੀਂ ਬਾਹਰ ਕਿਤੇ ਐਕਸੀਡੈਂਟ ਹੋ ਜਾਂਦਾ। ਸੋ ਜੇ ਤੁਸੀਂ ਆਪਣੀ ਬਾਡੀ ਡੋਨੇਟ ਕੀਤੀ ਹੋਈ ਹੈ ਤਾਂ ਐਟਲੀਸਟ ਉਹ ਰਿਸਰਚ ਲਈ ਯੂਜ਼ ਹੋ ਸਕਦੀ ਹੈਗੀ ਹੈ ਨਾ। ਸੋ ਇਹ ਤਾਂ ਦੀ ਦੇਖੋ, ਇਹ ਅਮਰ ਕਰਮਾ ਬਹੁਤ ਹੀ ਅੱਛੇ ਕੰਮ ਕਰਦੇ ਨੇ, ਆਪਣੇ ਲਾਈਫ ਆਫਟਰ ਡੈਥ ਦਾ ਕੰਮ ਕਰਦੇ ਨੇ। ਇਸ ਤੋਂ ਬਾਅਦ ਆਪਾਂ ਚਾਹਾਂਗੇ ਕਿ ਅੰਬੈਲਿਕਲ ਕਾਰਡ ਜਿਹੜੀ ਉਹਦੀ ਡੋਨੇਸ਼ਨ ਬਾਰੇ, ਇਹ ਮੈਨੂੰ ਬਹੁਤ ਹੀ ਦੁੱਖ ਲੱਗਦਾ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਅੰਬੈਲਿਕਲ ਕਾਰਡ ਜਿਹੜੀ ਹੁੰਦੀ ਹੈ ਉਹਨੂੰ ਗਾਰਬੇਜ ਸੁੱਟ ਦਿੱਤਾ ਜਾਂਦਾ ਹੈ, ਪਰ ਉਹਦੇ ਤੋਂ ਬਹੁਤ ਹੀ ਲਾਈਫ ਨੂੰ ਫਾਇਦਾ ਮਿਲ ਸਕਦਾ ਹੈ। ਉਹਦੇ ਬਾਰੇ ਦੱਸੋ। ਹਾਂਜੀ, ਇਹ ਅਸੀਂ ਥੋੜੇ ਜਿਹੇ ਸਾਲ ਪਹਿਲਾਂ ਹੀ ਸ਼ੁਰੂ ਕੀਤਾ ਸੀ ਅਮਰ ਕਰਮਾ ਦੇ ਵਿੱਚ ਕਿ ਜਿਹੜਾ ਨਾੜੂ ਹੁੰਦਾ ਪੰਜਾਬੀ 'ਚ ਜਿਹਨੂੰ ਕਹਿੰਦੇ ਆ, ਇਹ ਹਰ ਬਰਥ ਤੋਂ ਬਾਅਦ ਇਹਨੂੰ ਗਾਰਬੇਜ ਕੀਤਾ ਜਾਂਦਾ, ਪਰ ਉਹਦੇ ਵਿੱਚ ਉਹ ਸਾਰੇ ਗੁਣ ਹੈ ਜਿਹੜੇ ਆਪਾਂ ਨੂੰ ਬੋਨ ਮੈਰੋ ਟ੍ਰਾਂਸਪਲਾਂਟ 'ਚ ਚਾਹੀਦੇ ਹੁੰਦੇ ਆ। ਤੇ ਜੇ ਉਹ ਸੇਵ ਕਰਕੇ ਉਹਨੂੰ ਪ੍ਰੀਜ਼ਰਵ ਕੀਤਾ ਹੋਇਆ ਤਾਂ ਸਾਨੂੰ ਲੋਕਾਂ ਨੂੰ ਬੋਨ ਮੈਰੋ ਵਾਸਤੇ ਰਿਕੁਐਸਟ ਕਰਨ ਦੀ ਜ਼ਰੂਰਤ ਨਹੀਂ। ਜੇ ਹਰ ਬੰਦਾ ਆਪਣੀ ਜਿਹੜਾ ਅੰਬੈਲਿਕਲ ਕਾਰਡ ਹੈ ਉਹਨੂੰ ਡੋਨੇਟ ਕਰ ਦੇਵੇ ਹੈ ਨਾ। ਤੇ ਇਹ ਦੇਖੋ ਅਮਰ ਕਰਮਾ ਦੇ ਵਿੱਚ ਹੋਰ ਵੀ ਬਹੁਤ ਹੀ ਅੱਛੇ ਪ੍ਰੋਗਰਾਮ ਕਰਦੇ ਨੇ, ਪਰ ਮੈਂ ਚਾਹਾਂਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਦੁਬਾਰਾ ਲੈ ਕੇ ਆਵਾਂਗੇ ਜਿਹਦੇ 'ਚ ਕਿ ਹੋਰ ਵਿਸਥਾਰ ਦੇ ਨਾਲ ਸਿਰਫ ਆਪਾਂ ਅਮਰ ਕਰਮਾ ਦੇ ਬਾਰੇ ਹੀ ਗੱਲ ਕਰਾਂਗੇ, ਕਿਉਂਕਿ ਇਹ ਬਹੁਤ ਜ਼ਰੂਰੀ, ਮੈਂ ਵੀ ਆਪਣੀ ਡਿਊਟੀ ਸਮਝਦੀ ਹਾਂ ਕਿ ਅਵੇਅਰਨੈਸ ਆਪਣੀ ਕਮਿਊਨਿਟੀ ਨੂੰ ਹੋਏ। ਸੋ ਹੁਣ ਮੈਂ ਇਹ ਜ਼ਰੂਰ ਚਾਹਾਂਗੀ ਕਿ ਤੁਸੀਂ, ਤੁਹਾਡੀ ਲਾਈਫ ਦੇ ਵਿੱਚ ਤੁਹਾਡਾ ਰੋਲ ਮਾਡਲ ਕੌਣ ਰਿਹਾ? ਹਾਂਜੀ, ਮੇਰੀ ਲਾਈਫ 'ਚ ਮੇਰੇ ਰੋਲ ਮਾਡਲ ਮੇਰੇ ਡੈਡ ਸੀ। ਹਾਂਜੀ, ਕਿਉਂਕਿ ਉਹਨਾਂ ਨੇ ਆਪਣੀ ਪੂਰੀ ਲਾਈਫ ਸੈਲਫਲੈਸਲੀ ਦੂਜਿਆਂ ਲਈ ਜੀ ਹੈ ਸੀ। ਤੇ ਜਦੋਂ ਤੁਹਾਡੇ ਕੋਲ ਇੱਕ ਅੱਛਾ ਰੋਲ ਮਾਡਲ ਹੁੰਦਾ ਹੈ, ਤੁਸੀਂ ਉਹਦੇ ਵੱਲ ਦੇਖ ਕੇ ਆਪਣੀ ਜ਼ਿੰਦਗੀ ਨੂੰ ਬਣਾਉਂਦੇ ਰਹਿੰਦੇ ਹੋ। ਆਈ ਐਮ ਸ਼ੋਰ ਕਿ ਇਹਨਾਂ ਦੇ ਡੈਡੀ ਨੇ ਮਤਲਬ ਆਪਣੀ ਸ਼ੁਰੂ ਦੀ ਜ਼ਿੰਦਗੀ, he was a self-made man, है ना? हाँ जी, मेरे ग्रैंड पेरेंट्स, मेरे डैड 3 साल ਦੇ ਸੀ ਜਦ ਮੇਰੇ ग्रैंड पेरेंट्स ਦੀ ਡੈਥ ਹੋ ਗਈ। ਸੋ ਉਹ ਜੋ ਵੀ ਉਹਨਾਂ ਨੇ ਦਿੱਤਾ ਉਹਨਾਂ ਨੇ ਆਪਣੇ ਬਲਬੂਤੇ ਤੇ ਖੜਾ ਕੀਤਾ, ਤੇ ਉਹ ਜੋ ਸਾਡੇ ਲਈ ਛੱਡ ਕੇ ਗਏ ਆ, ਇਟਸ ਨਾਟ ਈਜ਼ੀ ਕਿ ਕੋਈ ਬੰਦਾ ਸਕ੍ਰੈਚ ਤੋਂ ਉੱਥੇ ਤੱਕ ਪਹੁੰਚੇ। ਸੋ ਤੁਸੀਂ ਜਿਵੇਂ ਲਿਖਦੇ ਹੁੰਦੇ ਹੋ, ਕਦੀ ਤੁਸੀਂ ਆਪਣੇ ਫਾਦਰ ਬਾਰੇ ਲਿਖਿਆ ਕੁਝ? ਹਾਂਜੀ, ਮੈਂ ਆਪਣੇ ਫਾਦਰ ਬਾਰੇ ਇੱਕ ਪੋਇਮ ਲਿਖੀ ਸੀ। ਹਾਂਜੀ, ਤੇ ਤੁਸੀਂ, ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਉਹਨੂੰ ਸ਼ੇਅਰ ਕਰੋ। ਸ਼ੋਰ। ਮੇਰੀ ਪੋਇਮ ਦਾ ਨਾਮ ਰੱਖਿਆ ਸੀ ਮੈਂ ਬਾਪੂ ਤੇਰਾ ਪਿਆਰ। ਅੱਜ ਮੈਨੂੰ ਆਈ ਯਾਦ, ਆਈ ਤੇਰੀ ਆਈ ਯਾਦ, ਭੁੱਲਿਆ ਕਦੇ ਨਾ ਤੇਰਾ ਪਿਆਰ ਵਾਲਾ ਬਾਪੂ ਚਿਹਰਾ। ਕਦੇ ਕਦੇ ਘੂਰਦਾ ਤੂੰ ਪਿਆਰ ਨਾਲ ਝੂਰਦਾ, ਕਿੰਨਾ ਤੂੰ ਪਿਆਰਾ ਬਾਪੂ, ਕਾਹਤੋਂ ਛੱਡ ਗਿਆ ਸਾਨੂੰ। ਅੱਜ ਵੀ ਹੈ ਏਦਾਂ ਲੱਗੇ ਸ਼ਾਇਦ ਮੁੜ ਆਵੇਂ ਕਦੇ, ਆ ਕੇ ਤੂੰ ਪਿਆਰ ਨਾਲ ਸਿਰ ਸਹਿਲਾਵੇਂ ਮੇਰਾ। ਅੱਜ ਮੈਨੂੰ ਆਈ ਯਾਦ, ਆਈ ਤੇਰੀ ਆਈ ਯਾਦ। ਹਾਂਜੀ, ਇਹਦੇ ਨਾਲ ਦੇਖੋ ਹਰ ਲੜਕੀ, ਜਦੋਂ ਮੈਂ ਇਹਨਾਂ ਦੇ ਨਾਲ ਕੱਲ ਗੱਲ ਕਰ ਰਹੀ ਸੀ, ਮੇਰੇ ਪਿਛਲੇ ਵੀ 1-2 ਗੈਸਟ ਸੀਗੇ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਹੂ ਇਜ਼ ਯੋਰ ਰੋਲ ਮਾਡਲ,
ਤੇ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਮੇਰੇ ਫਾਦਰ, ਈਵਨ ਮਾਈ ਫਾਦਰ ਇਜ਼ ਮਾਈ ਹੀਰੋ। ਇੱਕ ਲੜਕੀ ਨੂੰ, ਇੱਕ ਬੱਚੀ ਨੂੰ ਆਪਣੇ ਫਾਦਰ ਹੀ ਹੀਰੋ ਲੱਗਦੇ ਹੁੰਦੇ ਨੇ। ਤੇ ਇਹ ਬੜੀ ਅੱਛੀ ਗੱਲ ਹੈਗੀ ਹੈ ਕਿ ਤੁਸੀਂ ਆਪਣੇ ਫਾਦਰ, ਤੁਹਾਨੂੰ ਉਹ ਸਾਰਾ ਕੁਝ ਦੇ ਸਕੇ ਜੋ ਕਿ ਤੁਹਾਨੂੰ ਚਾਹੀਦਾ ਸੀਗਾ। ਤੇ ਫਿਰ ਮੈਂ ਜ਼ਰੂਰ ਚਾਹਾਂਗੀ ਵਿਨੀ ਕਿ ਤੁਸੀਂ ਸਾਡੀਆਂ ਬੀਬੀਆਂ ਨੂੰ, ਭੈਣਾਂ ਨੂੰ, ਬੱਚੀਆਂ ਨੂੰ ਮੈਸੇਜ ਜ਼ਰੂਰ ਦਿਓ, ਕਿਉਂਕਿ ਅਸੀਂ ਐਂਡ ਦੇ ਵਿੱਚ ਇੱਕ ਮੈਸੇਜ ਜ਼ਰੂਰ ਦੇ ਕੇ ਜਾਣਾ ਹੁੰਦਾ ਹੈ। ਹਾਂਜੀ, ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਜਿਹਦੇ ਤੇ ਮੈਂ ਪੂਰੀ ਜ਼ਿੰਦਗੀ ਅਮਲ ਕੀਤਾ ਕਿ ਜੋ ਵੀ ਕਰਨਾ ਉਹ ਸੈਲਫਲੈਸਲੀ ਕਰਨਾ। ਆਪਣੇ ਲਈ ਸਾਰੇ ਜੀਂਦੇ ਆ, ਜੇ ਅਸੀਂ ਆਪਣੇ ਤੋਂ ਹਟ ਕੇ ਦੂਜਿਆਂ ਲਈ ਸੋਚ ਕੇ ਜੀਏ ਤਾਂ ਉਹ ਜਿਹੜੀ ਖੁਸ਼ੀ ਹੈ ਨਾ, ਉਹ ਤੁਸੀਂ ਆਪਣੇ ਲਈ ਜੋ ਕਰਦੇ ਹੋ ਉਹਦੇ 'ਚ ਨਹੀਂ ਪਾ ਸਕਦੇ। ਤੇ ਇਹ ਵੀ ਦੇਖਿਆ ਮੈਂ ਕਿ ਰੱਬ ਤੁਹਾਨੂੰ ਉਹਨਾਂ ਕੁ ਕਰਨ ਨਾਲ ਨਾ ਦੁੱਗਣੀ ਤਿੱਗਣੀ ਖੁਸ਼ੀ ਦਿੰਦਾ ਤੇ ਤੁਹਾਡੀ ਹਰ ਜਿਹੜੀ ਤੁਸੀਂ ਸੋਚੀ ਹੁੰਦੀ ਚਾਹ ਉਹ ਪੂਰੀ ਕਰਦਾ। ਹਾਂਜੀ, ਸੋ ਬਹੁਤ ਹੀ ਅੱਛਾ ਸਾਡੀਆਂ ਭੈਣਾਂ ਲਈ, ਸਾਡੀ ਕਮਿਊਨਿਟੀ ਲਈ ਮੈਸੇਜ ਹੈਗਾ ਕਿ ਲਾਈਫ ਆਫਟਰ ਡੈਥ, ਕਿ ਕਿੱਦਾਂ ਤੁਸੀਂ ਜ਼ਿੰਦਗੀ ਦੇ ਹੁੰਦਿਆਂ ਹੋਇਆਂ ਤੇ ਕਮਿਊਨਿਟੀ ਨੂੰ ਅੱਛੇ ਕੰਮਾਂ ਨਾਲ ਆਪਣੀ ਪ੍ਰਭਾਵਿਤ ਕਰਦੇ ਹੋ ਤੇ ਜਾਣ ਤੋਂ ਬਾਅਦ ਵੀ ਕਿਸੇ ਨੂੰ ਜ਼ਿੰਦਗੀ ਦੇ ਕੇ ਚਲੇ ਜਾਂਦੇ ਹੋ। ਸੋ ਇਸ ਦੇ ਨਾਲ ਅਸੀਂ ਆਪਣਾ ਪ੍ਰੋਗਰਾਮ ਅੱਜ ਦਾ ਸਮਾਪਤ ਕਰਦੇ ਹਾਂ ਤੇ ਅਸੀਂ ਇਹ ਜ਼ਰੂਰ ਸਾਰਿਆਂ ਨੂੰ ਇੱਕ ਗੱਲ ਕਹਿ ਕੇ ਜਾਵਾਂਗੇ, ਸਾਡੀ ਨਿਮਰਤਾ ਨਾਲ ਸਹਿਤ ਬੇਨਤੀ ਹੈਗੀ ਹੈ ਕਿ ਜ਼ਰੂਰ ਇਹਨਾਂ ਆਰਗੇਨਾਈਜੇਸ਼ਨ ਜਿਹੜੀਆਂ ਕਿ ਕਮਿਊਨਿਟੀ ਲਈ ਇੰਨਾ ਅੱਛਾ ਕੰਮ ਕਰਦੀਆਂ ਨੇ, ਇਹਨਾਂ ਨੂੰ ਸਪੋਰਟ ਕਰੋ, ਇਹਨਾਂ ਬਾਰੇ ਜ਼ਰੂਰ ਜਾਣਕਾਰੀ ਆਪਣੀ ਜ਼ਿਆਦਾ ਕਰੋ ਤੇ ਜ਼ਰੂਰ ਸਪੋਰਟ ਨਹੀਂ ਕਿ ਤੁਸੀਂ ਉਹਨਾਂ ਨੂੰ ਤੁਹਾਡੇ ਪੈਸੇ ਦੀ ਲੋੜ ਹੈ। ਇਹ ਜਿਹੜਾ ਆਪਣੀ ਕਮਿਊਨਿਟੀ ਦੇ ਵਿੱਚ ਆਰਗਨ ਡੋਨੇਸ਼ਨ ਦਾ ਘੱਟ ਹੈਗਾ, ਇਹਨੂੰ ਆਪਾਂ, ਕਿਉਂਕਿ ਸਾਡੀ ਕਮਿਊਨਿਟੀ ਦੇਣ ਲਈ ਸਭ ਤੋਂ ਅੱਗੇ ਹਮੇਸ਼ਾ ਤਤਪਰ ਰਹਿੰਦੀ ਹੈ, ਆਪਾਂ ਇਹਦੇ ਵਿੱਚ ਵੀ ਸਭ ਤੋਂ ਅੱਗੇ ਮੱਲਾਂ ਮਾਰ ਕੇ ਜਾਈਏ ਤੇ ਸਾਨੂੰ ਬਹੁਤ ਹੀ ਖੁਸ਼ੀ ਹੋਏਗੀ। ਇਸ ਦੇ ਨਾਲ ਹੀ ਅਸੀਂ ਅੱਜ ਆਪਣੇ ਦਰਸ਼ਕਾਂ ਤੋਂ ਇਜਾਜ਼ਤ ਲੈਂਦੇ ਹਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੀ ਹੋਸਟ ਮਿੱਕਾ ਗਿੱਲ ਤੇ ਤੁਸੀਂ ਦੇਖ ਰਹੇ ਹੋ ਸਫਰ ਟੀਵੀ। ਸਫਰ ਟੀਵੀ ਤੁਸੀਂ ਦੇਖ ਸਕਦੇ ਹੋ ਇੰਸਟਾਗ੍ਰਾਮ, ਫੇਸਬੁੱਕ ਲਾਈਵ ਤੇ YouTube ਤੇ। ਤੁਸੀਂ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਘੰਟੀ ਵਜਾਣਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੰਦੀਪ ਬਰਾੜ। ਸਫਰ ਟੀਵੀ ਦੇਖ ਰਹੇ